ਗੁਰੂ ਵਾਹਿ 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 ਗੁਰੂ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ, ਸਾਨੂੰ ਸਮਝਾਉਂਦੇ ਕਿ ਜਿਉਂ ਹੀ ਇਸ ਸੰਸਾਰ ਦੇ ਵਿੱਚ ਸਾਡਾ ਮਨ ਆਉਂਦਾ ਹੈ, ਇੱਥੇ ਆ ਕੇ ਇਹ ਜਦੋਂ ਭਰਮ ਦੇ ਵਿੱਚ ਪੈ ਜਾਂਦਾ, ਵਿਚਾਰਾਂ ਦੇ ਵਿੱਚ ਭਰਮ 'ਚ ਚਲਾ ਜਾਂਦਾ, ਭਰਮ ਦੇ ਵਿੱਚ ਪਏ ਹੋਏ ਦਾ ਇਹ ਸਾਰਾ ਹੀ ਖੇਲ ਸਾਡਾ ਫਿਰ ਇਹ ਉਲਟ ਜਾਂਦਾ, ਪੁੱਠਾ ਹੋ ਜਾਂਦਾ, ਸੰਸਾਰ ਦਾ ਸਾਰਾ ਖੇਲ ਉਲਟ ਚੱਲਦਾ। ਹੁਣ ਮਹਾਰਾਜ ਕਹਿੰਦੇ ਇੱਧਰ ਫਿਰ ਜਦੋਂ ਜੀਵ ਆਪਦੀ ਮੱਤ ਦੁਆਰਾ ਚੱਲਦਾ ਹੈ, ਉਹ ਕੀ ਕਰਦਾ ਹੈ, ਉਹ ਔਗਣਾਂ ਦੀਆਂ ਪੰਡਾਂ ਬੰਨਣੀਆਂ ਸ਼ੁਰੂ ਕਰ ਦਿੰਦਾ, ਗੁਣਾਂ ਦਾ ਸੌਦਾ ਨਹੀਂ ਕਰਦਾ। ਅਤੇ ਮਹਾਰਾਜ ਕਹਿੰਦੇ ਫਿਰ ਇਹ ਗੁਣਾਂ ਦਾ ਜਿਹੜਾ ਗਾਹਕ ਕੋਈ ਵਿਰਲਾ ਹੈ, ਅਤੇ ਬਹੁਤੇ ਜੀਵ ਗਾਹਕ ਨੇ ਔਗਣਾਂ 'ਚ। ਇਸ ਲਈ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਬਈ ਕਿਵੇਂ ਜੀਵ ਇਸ ਸੰਸਾਰ ਦੇ ਵਿੱਚ ਔਗਣਾਂ ਦੀਆਂ ਜਿਹੜੀਆਂ ਪੰਡਾਂ ਬੰਨ੍ਹਦਾ ਹੈ, ਅਤੇ ਨਾ ਭੇਦ ਹੋਣ ਕਰਕੇ ਗੁਣਾਂ ਨੂੰ ਛੱਡੀ ਜਾਂਦਾ, ਗੁਣ ਨਹੀਂ ਫੜਦਾ, ਸਿਰਫ ਔਗਣ ਫੜਦਾ। ਇਸ ਲਈ ਮਹਾਰਾਜ ਕਹਿੰਦੇ ਲੋਕ ਔਗਣਾ ਕੀ ਬੰਨੇ ਗੰਠੜੀ, ਗੁਣ ਨਾ ਬਿਹਾਜੇ ਕੋਈ, ਗੁਣ ਕਾ ਗਾਹਕ ਨਾਨਕ ਵਿਰਲਾ ਕੋਈ ਹੋਈ।
ਬਈ ਲੋਕ ਨੇ ਜਿਹੜਿਆ ਔਗਣਾਂ ਦੀਆਂ ਮਾਰੇ ਕਹਿੰਦੇ ਪੰਡਾਂ ਬੰਨ੍ਹਦੇ, ਜਦੋਂ ਇਕੱਠੇ ਹੁੰਦੇ ਔਗਣਾਂ ਦੀ ਸਾਂਝ ਪਾਉਂਦੇ, ਇੱਕ ਦੂਸਰੇ ਦੇ ਔਗਣ ਫਰੋਲਦੇ, ਉਹਨਾਂ ਦੀ ਨਿੰਦਾ ਕਰਦੇ, ਦੂਸਰਿਆਂ ਦੀ ਵੈਰ ਵਿਰੋਧ ਕਰਦੇ, ਉਹ ਔਗਣਾਂ ਦੀਆਂ ਪੰਡਾਂ ਬੰਨ੍ਹੀ ਜਾਂਦੇ। ਅਤੇ ਜਿਹੜੇ ਗੁਣ ਨੇ ਮਾਲਕ ਦੇ, ਉਹ ਗੁਣ ਨਹੀਂ ਗਾਉਂਦੇ, ਮਾਲਕ ਦਾ ਸਿਮਰਨ ਨਹੀਂ ਕਰਦੇ, ਉਹਦੇ ਗੁਣਾਂ ਤੋਂ ਜਾਣੂ ਨਹੀਂ ਹੁੰਦੇ। ਇਸ ਲਈ ਫਿਰ ਮਹਾਰਾਜ ਕਹਿੰਦੇ ਵੀ ਇਹ ਗੁਣਾਂ ਦਾ ਗਾਹਕ। ਸਤਿਗੁਰ ਕਹਿੰਦੇ ਕੋਈ ਵਿਰਲਾ, ਨਹੀਂ ਤਾਂ ਬਹੁਤੇ ਗਾਹਕ ਔਗਣਾਂ ਦੇ। ਅਤੇ ਸਤਿਗੁਰੂ ਸਮਝਾਉਂਦੇ ਵੀ ਜਦੋਂ ਇਹਦੇ ਜੀਵ ਆਪਦੀ ਮੱਤ ਦੁਆਰਾ ਚੱਲਦਾ, ਇਹ ਗੁਣਾਂ ਨੂੰ ਤਾਂ ਗਵਾ ਲੈਂਦਾ ਅਤੇ ਔਗਣਾਂ ਦੀ ਵੰਡ ਬੰਨ੍ਹ ਲੈਂਦਾ, ਔਗਣ ਇਕੱਠੇ ਕਰ ਲੈਂਦਾ ਸਾਰੇ। ਇਸ ਲਈ ਮਹਾਰਾਜ ਕਹਿੰਦੇ ਗੁਣਾ ਗਵਾਈ ਗੰਠੜੀ, ਔਗਣ ਚੱਲਿਆ ਬੰਨ੍ਹ। ਬਈ ਜਿਹੜੇ ਦਾ ਗੁਣ ਸੀ ਉਹ ਗੁਣ ਤਾਂ ਗਵਾ ਲਈ ਅਤੇ ਔਗਣਾਂ ਦੀ ਵੰਡ ਬੰਨ੍ਹ ਲਈ, ਭਾਰ ਲੱਦ ਲਿਆ ਉਹਦੇ ਉੱਤੇ। ਹੌਲੇ ਔਗਣ ਕਿਵੇਂ ਜੀਵ ਇਕੱਠੇ ਕਰਦੇ, ਕਿਵੇਂ ਔਗਣਾਂ ਦੀਆਂ ਵੰਡਾਂ ਬੰਨ੍ਹ ਲੈਂਦਾ ਇਹ ਆਪਦੇ 'ਚ। ਜਦੋਂ ਜੀਵ ਕਿਸੇ ਦੀ ਬੁਰਾਈ ਕਰਦੇ, ਜਦੋਂ ਅਸੀਂ ਕਿਸੇ ਦੀ ਨਿੰਦਿਆ ਕਰਨ ਲੱਗੇ ਹੁੰਦੇ, ਉਦੋਂ ਅਸੀਂ ਔਗਣਾਂ ਦੀਆਂ ਪੰਡਾਂ ਬੰਨ੍ਹ ਰਹੇ। ਕਿਸੇ ਨਾਲ ਅਸੀਂ ਵੈਰ ਵਿਰੋਧ ਕਰਦੇ ਹਾਂ, ਕਿਸੇ ਨਾਲ ਈਰਖਾ ਕਰਦੇ ਹਾਂ, ਨਫ਼ਰਤ ਕਰਦੇ ਹਾਂ, ਇਹ ਸਭ ਔਗਣਾਂ ਦੀਆਂ ਪੰਡਾਂ। ਕਿਸੇ ਨੂੰ ਫਿੱਕਾ ਬੋਲਦੇ ਹਾਂ, ਮਾੜੇ ਬੋਲ ਬੋਲਦੇ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਬਈ ਜ਼ਿਆਦਾ ਜੀਵ ਸੰਸਾਰ 'ਚ ਅਸੀਂ ਲੋਕ ਦੇਖੇ ਬਈ ਇਹ ਔਗਣ ਇਕੱਠੇ ਕਰਦੇ, ਔਗਣਾਂ ਦੀਆਂ ਪੰਡਾਂ ਬੰਨ੍ਹਦੇ। ਤਾਂ ਸਤਿਗੁਰੂ ਕਹਿੰਦੇ ਵੀ ਗੁਣਾਂ ਦਾ ਗਾਹਕ ਕੋਈ ਵਿਰਲਾ ਹੈ। ਅਤੇ ਆਵਾਂ ਨੂੰ ਫਿਰ ਸਮਝਾਉਂਦੇ ਬਈ ਸਾਂਝ ਜਿਹੜੀ ਉਹ ਗੁਣਾਂ ਦੀ ਪਾਈ ਜਾਂਦੀ ਹੈ। ਜਿਹੜੇ ਔਗਣ ਨੇ ਉਹ ਔਗਣਾਂ ਨੂੰ ਤਾਂ ਅਸੀਂ ਛੱਡਣਾ ਹੁੰਦਾ। ਤਾਂ ਇਹੋ ਆਵਾਂ ਨੂੰ ਸਤਿਗੁਰੂ ਸਮਝਾਉਂਦੇ ਸਾਂਝ ਕੀਜੇ ਗੁਣਾ ਕੇਰੀ, ਛੋੜ ਔਗਣ ਚੱਲੀਏ। ਬਈ ਔਗਣਾਂ ਨੂੰ ਛੱਡ ਕੇ ਸਾਂਝ ਜਿਹੜੀ ਗੁਣਾਂ ਦੀ ਪਾਉਣੀ। ਜਦੋਂ ਅਸੀਂ ਗੁਣਾਂ ਦੀ ਸਾਂਝ ਪਾਵਾਂਗੇ, ਉਹ ਗੁਣ ਸਾਡੇ ਹਿਰਦੇ 'ਚ ਆ ਜਾਣਗੇ, ਸਾਡੇ ਅੰਦਰ ਗੁਣ ਆ ਜਾਣਗੇ ਮਾਲਕ ਵਾਲੇ। ਜੇ ਅਸੀਂ ਔਗਣਾਂ ਦੀ ਸਾਂਝ ਪਾਵਾਂਗੇ, ਉਹ ਔਗਣ ਸਾਡੇ ਵਿੱਚ ਆ ਜਾਣਗੇ ਅਤੇ ਔਗਣਾਂ ਦੀਆਂ ਅਸੀਂ ਪੰਡਾਂ ਬੰਨ੍ਹ ਲਾਂਗੇ। ਆਈਓ ਮਹਾਰਾਜ ਕਹਿੰਦੇ ਜਿੰਨੇ ਫਿਰ ਔਗਣ, ਉਨੀਆਂ ਹੀ ਜੰਜੀਰਾਂ ਸਾਡੇ ਮਨ ਦੇ ਗਲ ਦੇ ਵਿੱਚ ਪੈ ਜਾਂਦੀ। ਸਤਿਗੁਰੂ ਫਰਮਾਉਂਦੇ ਨਾਨਕ ਔਗਣ ਜੀਤੜੇ, ਤੇਤੇ ਗੱਲੀ ਜੰਜੀਰ। ਬਈ ਉਹ ਔਗਣ ਹੀ ਜੰਜੀਰਾਂ ਬਣ ਕੇ, ਸੰਗਲ ਬਣ ਕੇ ਸਾਡੇ ਗਲ 'ਚ ਪੈ ਗਏ। ਔਰ ਆਪਾਂ ਨੂੰ ਫਿਰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਅਸੀਂ ਗਾਹਕ ਜਿਹੜਾ ਉਹ ਔਗਣਾਂ ਦੇ ਨਹੀਂ ਬਣਨਾ, ਅਸੀਂ ਗਾਹਕ ਬਣਨਾ ਗੁਣਾਂ ਦੇ। ਵੀ ਅਸੀਂ ਗੁਣ ਵਿਹਾਜਣੇ। ਜੋ ਮਹਾਰਾਜ ਕਹਿੰਦੇ ਗੁਣ ਕਾ ਗਾਹਕ ਨਾਨਕ, ਵਿਰਲਾ ਕੋਈ ਹੋਈ। ਵੀ ਗੁਣਾਂ ਦਾ ਗਾਹਕ ਤਾਂ ਕੋਈ ਵਿਰਲਾ ਹੈ। ਜ਼ਿਆਦਾ ਜੀਵ ਉਹ ਔਗਣਾਂ ਇਕੱਠਾ ਕਰਨ ਲੱਗੇ ਹੋਏ, ਔਗਣਾਂ ਦੀ ਸਾਂਝ ਪਹੁੰਚੀ। ਔਰ ਆਪਾਂ ਨੂੰ ਫਿਰ ਸੱਚੇ ਪਾਤਸ਼ਾਹ ਇਸ ਲਈ ਸਮਝਾਉਂਦੇ ਵੀ ਸਾਡੀ ਜਿਹੜੀ ਸੱਚੀ ਬੈਠਕ, ਸਾਡੀ ਜਿਹੜੀ ਸੱਚੀ ਸੰਗਤ, ਉਹ ਉਹਨਾਂ ਦੇ ਨਾਲ ਹੈ ਫਿਰ ਜਿਨ੍ਹਾਂ ਦੇ ਨਾਲ ਬੈਠ ਕੇ ਅਸੀਂ ਪਰਮਾਤਮਾ ਦੇ ਗੁਣ ਗਾਉਂਦੇ, ਜਿਹੜੇ ਸਾਨੂੰ ਗੁਰੂ ਦੀ ਮੱਤ ਦਿੰਦੇ।
ਇਸ ਲਈ ਮਹਾਰਾਜ ਕਹਿੰਦੇ ਸੱਚੀ ਬੈਸਕ ਤਿੰਨਾ ਸੰਗ, ਜਨ ਸੰਗ ਜਪੀਏ ਨਾਉ, ਨਾਨਕ ਤਿਨ ਕਾ ਸੰਗ ਨ ਕੀਜਈ, ਜਿਨ੍ਹਾਂ ਆਪਣਾ ਸੁਭਾਉ। ਮਹਾਰਾਜ ਤਾਂ ਕਹਿੰਦੇ ਵੀ ਜਿਨ੍ਹਾਂ ਨੂੰ ਆਪਣਾ ਸਵਾਰਥ, ਉਹਨਾਂ ਦਾ ਸੰਗ ਨਾ ਕਰੋ, ਕਿਉਂਕਿ ਜਿਹੜਾ ਮਨਮੁਖ ਹੈ ਉਹਦਾ ਸਵਾਰਥ ਹੁੰਦਾ, ਉਹ ਸਵਾਰਥ ਕਰਕੇ ਹੀ ਇਕੱਠੇ ਹੁੰਦੇ, ਸਵਾਰਥ ਕਰਕੇ ਹੀ ਇੱਕ ਦੂਸਰੇ ਕੋਲ ਬਹਿੰਦੇ, ਉਹਨਾਂ ਦਾ ਸਵਾਰਥ ਹੀ ਔਗਣਾ ਵਾਲਾ। ਇਸ ਕਰਕੇ ਮਹਾਰਾਜ ਕਹਿੰਦੇ ਸਾਡੀ ਸੱਚੀ ਸੰਗਤ ਉਹਨਾਂ ਦੇ ਨਾਲ, ਇਹਨਾਂ ਨਾਲ ਬਹਿ ਕੇ ਅਸੀਂ ਮਾਲਕ ਦੇ ਗੁਣ ਗਾਉਂਦੇ, ਜਿਹੜੇ ਸਾਨੂੰ ਗੁਰੂ ਦੀ ਮੱਤ ਦਿੰਦੇ, ਜਿਹੜੇ ਸਾਨੂੰ ਇਹ ਸਮਝਾਉਂਦੇ ਵੀ ਕਿਵੇਂ ਅਸੀਂ ਪਰਮਾਤਮਾ ਦੇ ਗੁਣ ਗਾਉਣੇ, ਕਿਵੇਂ ਅਸੀਂ ਗੁਣਾਂ ਦੇ ਗਾਹਕ ਬਣਨਾ। ਹੁਣ ਸਤਿਗੁਰੂ ਕਹਿੰਦੇ ਵੀ ਇਹ ਗੁਣਾਂ ਦੇ ਗਾਹਕ ਬਹੁਤ ਵਿਰਲੇ, ਕੋਈ ਕੋਈ ਹੈ। ਅਤੇ ਇਸ ਲਈ ਫਿਰ ਸੱਚੇ ਪਾਤਸ਼ਾਹ ਕਹਿੰਦੇ ਜਗ ਮੇ ਉੱਤਮ ਕੱਢੀਏ, ਵਿਰਲੇ ਗਏ ਵੀ ਇਹ ਗੁਣਾਂ ਦੇ ਗਾਹਕ ਵਿਰਲੇ ਵਿਰਲੇ, ਥੋੜ੍ਹੇ। ਜ਼ਿਆਦਾ ਜੀਵ ਜਦੋਂ ਫੜਨਗੇ ਉਹ ਔਗਣ ਹੀ ਫੜਨਗੇ, ਉਹਨਾਂ ਨੇ ਔਗਣ ਹੀ ਦੇਖਣਾ, ਅਤੇ ਔਗਣ ਦੇਖ ਕੇ ਉਹ ਔਗਣ ਨੂੰ ਅੱਗੇ ਫਰੋਲਣਾ, ਅੱਗੇ ਔਗਣਾਂ ਦੀ ਸਾਂਝ ਪਾਉਣੀ। ਇਸ ਵਾਸਤੇ ਫਿਰ ਆਪਾਂ ਨੂੰ ਗੁਰਮਤਿ ਦੇ ਵਿੱਚ ਸਾਨੂੰ ਜਿਹੜਾ ਉਹ ਔਗਣ ਨਹੀਂ, ਸਾਨੂੰ ਸਿਰਫ ਗੁਣ ਦੇਖਣਾ ਸਿਖਾਇਆ ਜਾਂਦਾ ਬਈ ਅਸੀਂ ਸਿਰਫ ਗੁਣ ਦੇਖ। ਜੇ ਸਾਨੂੰ ਕਿਸੇ 'ਚ ਕੋਈ ਗੁਣ ਚੰਗਾ ਲੱਗਦਾ ਹੈ, ਉਹ ਗੁਣ ਦੇਖ ਲਓ ਅਤੇ ਉਹ ਗੁਣ ਨੂੰ ਗ੍ਰਹਿਣ ਕਰ ਲਓ, ਸਾਡੇ ਅੰਦਰ ਆ ਜਾਏਗਾ। ਜਿਹੜਾ ਔਗਣ ਤਾਂ ਅਸੀਂ ਕਿਸੇ 'ਤੇ ਦੇਖਣੀ, ਫਰੋਲਣੇ ਦਾ ਕੀ, ਅੱਗੇ ਔਗਣਾਂ ਦੀ ਸਾਂਝ ਤਾਂ ਕੀ ਪਾਉਣੀ, ਬਈ ਔਗਣ ਅਸੀਂ ਦੇਖਣੀ ਕੋਈ ਨਹੀਂ। ਅਤੇ ਜੇ ਅਸੀਂ ਦੇਖਾਂਗੇ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਲੱਗਣਾ ਵੀ ਕਿਹਦੇ 'ਚ ਕੀ ਔਗਣ ਹੈ, ਕਿਉਂਕਿ ਅਸੀਂ ਦੇਖਿਆ ਹੀ ਨਹੀਂ। ਜੇ ਆਪਾਂ ਦੇਖਾਂਗੇ ਅਤੇ ਦੇਖ ਕੇ ਫਿਰ ਅੱਗੇ ਸਾਂਝ ਵੀ ਪਾਵਾਂਗੇ ਔਗਣਾਂ ਦੀ, ਵੀ ਉਹ ਫਲਾਣੇ 'ਚ ਫਲਾਣਾ ਔਗਣ ਹੈ ਜੀ, ਉਹ ਐਂ ਕਰਦਾ, ਉਹਦੀ ਨਿੰਦਿਆ ਕਰਨੀ ਸ਼ੁਰੂ ਕਰ ਦਾਂਗੇ। ਉਹ ਕੀ ਹੋ ਗਿਆ, ਉਹ ਅਸੀਂ ਔਗਣਾਂ ਦੀ ਗੰਢਾਂ ਬੰਨ੍ਹਣੀਆਂ ਸ਼ੁਰੂ ਕਰਤੀਆਂ, ਪੰਡ ਬੰਨ੍ਹ ਲਈ ਇਕੱਠੀ। ਪਾਈਆਂ ਮਹਾਰਾਜ ਕਹਿੰਦੇ ਹੁਣ ਇਹ ਔਗਣਾਂ ਦੀਆਂ ਪੰਡਾਂ ਬੰਨ੍ਹੀਆਂ ਹੋਈਆਂ ਜੀਵਾਂ ਨੇ, ਜਦੋਂ ਇਕੱਠੇ ਹੁੰਦੇ ਦੋ ਚਾਰ ਜੀਵ, ਉਹ ਇੱਕ ਆਪਣਾ ਦੁੱਖ ਦੱਸਦਾ, ਦੂਜਾ ਵੀ ਦੱਸਦਾ, ਕਿਉਂਕਿ ਉਹ ਔਗਣਾਂ ਦੀਆਂ ਪੰਡਾਂ ਬੰਨ੍ਹੀਆਂ ਹੋਈਆਂ। ਉਹ ਜਦੋਂ ਪੰਡਾਂ ਖੋਲ੍ਹਦੇ, ਉਹ ਸਾਰਾ ਅੰਦਰੋਂ ਦੁੱਖ ਹੀ ਦੁੱਖ ਨਿਕਲਦਾ, ਕਿਉਂਕਿ ਸੁੱਖ ਤਾਂ ਉਹਦੇ 'ਚ ਹੈ ਹੀ ਨਹੀਂ ਜਿਹੜਾ ਅਸੀਂ ਇਕੱਠਾ ਕੀਤਾ ਹੋਇਆ। ਇਸ ਲਈ ਮਹਾਰਾਜ ਕਹਿੰਦੇ ਵੀ ਇਹ ਪਰਦੇਸ ਦੇ ਵਿੱਚ ਆ ਕੇ ਜਦੋਂ ਸਾਡੇ ਮਨ ਭਰਮ 'ਚ ਪੈ ਗਏ, ਉਹ ਅਸੀਂ ਸਾਰੇ ਦੁਖੀ ਹੋ ਗਏ। ਇਹ ਇੱਕ ਦੁੱਖ ਦੱਸਦਾ, ਦੂਜਾ ਵੀ ਦੱਸਦਾ। ਸਤਿਗੁਰੂ ਕਹਿੰਦੇ ਮਨ ਪਰਦੇਸੀ ਜੇ ਥੀਏ, ਸਭ ਦੇਸ਼ ਪਰਾਇਆ, ਇਸ ਪੇ ਖੋਲੋਂ ਗੰਠੜੀ, ਦੁਖੀ ਭਰ ਆਇਆ। ਬਈ ਜਿਹਨੂੰ ਵੀ ਦੇਖਦੇ ਦੁੱਖਾਂ ਦੀ ਗੰਢ ਖੋਲ੍ਹਦਾ, ਕਿਉਂਕਿ ਉਹ ਗੰਢੜੀਆਂ ਭਰੀਆਂ ਹੀ ਦੁੱਖਾਂ ਦੀਆਂ ਹੋਈਆਂ। ਉਹ ਔਗਣ ਇਕੱਠੇ ਕਰ ਕਰਕੇ ਉਹ ਪੋਟਲੀ ਬਣਾ ਲਈ, ਗੰਢੜੀ ਬਣਾ ਲਈ ਉਹ ਗੰਢ। ਅਤੇ ਇਸ ਲਈ ਮਹਾਰਾਜ ਕਹਿੰਦੇ ਫਿਰ ਜਦੋਂ ਇਕੱਠੇ ਹੁੰਦੇ, ਉਹ ਜੋ ਅੰਦਰ ਹੈ ਉਹਨੂੰ ਬਾਹਰ ਕੱਢਦੇ, ਉਹ ਫਿਰ ਦੁੱਖ ਨਿਕਲਦਾ ਬਾਹਰ। ਆਈਓ ਸਤਿਗੁਰੂ ਕਹਿੰਦੇ ਦੁੱਖ ਕੀਆਂ ਪੰਡਾਂ ਖੁੱਲ੍ਹੀਆਂ, ਸੁੱਖ ਨਾ ਨਿਕਲਿਓ ਕੋਈ। ਬਈ ਮਨਮੁਖ ਨੇ ਦੁੱਖ ਦੀਆਂ ਪੰਡਾਂ ਭਰੀਆਂ, ਪੰਡਾਂ ਬੰਨ੍ਹੀਆਂ, ਇੱਧਰ ਸਾਰੀਆਂ ਦੁੱਖ ਹੀ ਦੁੱਖ ਇਕੱਠੇ ਕਰਦਾ ਰਿਹਾ। ਅਤੇ ਜਦੋਂ ਖੁੱਲ੍ਹਦੀਆਂ ਅਤੇ ਉਹ ਸਾਰਾ ਦੁੱਖ ਹੀ ਦੁੱਖ ਨਿਕਲਦਾ, ਵਿੱਚ ਸੁੱਖ ਨਿਕਲਦਾ ਹੀ ਨਹੀਂ, ਕਿਉਂਕਿ ਉਹ ਇਕੱਠਾ ਹੀ ਉਹ ਕੀਤਾ ਸਾਰਾ ਉਹਨੇ। ਇਸ ਵਾਸਤੇ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਇਹ ਗੁਣਾਂ ਦੇ ਗਾਹਕ
ਵਿਰਲੇ ਨੇ, ਤਾਈਓ ਆਪਾਂ ਹੁਣ ਸੰਗਤ 'ਚ ਵਿਰਲੇ ਆਉਂਦੇ। ਜੋ ਗੁਰਬਾਣੀ ਗੁਰੂ ਸਾਨੂੰ ਦੇ ਰਹੇ ਰਤਨ, ਇਹ ਜੋ ਬਚਨ ਗੁਰੂ ਸਾਹਿਬਾਨਾਂ ਦੇ, ਭਗਤਾਂ ਦੇ, ਸੰਤ ਸਾਧੂ ਜਨਾਂ ਦੇ, ਇਹ ਕੀਮਤੀ ਰਤਨ ਵਡਮੁੱਲੇ, ਜਿਨ੍ਹਾਂ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ, ਜਿਨ੍ਹਾਂ ਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ। ਹੌੜੇ ਜਿਹੜੇ ਵਚਨ ਮੁੱਲ, ਪਰ ਇਹਨਾਂ ਦਾ ਗਾਹਕ ਕੋਈ ਵਿਰਲਾ ਵਿਰਲਾ, ਕਿਉਂਕਿ ਜ਼ਿਆਦਾ ਜੀਵ ਗਾਹਕ ਹੀ ਔਗਣਾਂ ਦੀ, ਗੁਣਾਂ ਦੇ ਗਾਹਕ ਹੈ ਹੀ ਨਹੀਂ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਜੇ ਗਾਹਕ ਨਾ ਹੋਵੇ ਤੇ ਉਹਨੂੰ ਸੌਦਾ ਵੇਚੀਏ। ਸੌਦਾ ਇਹ ਹੈਗਾ ਮਹਿੰਗਾ ਵਾਲਾ, ਕਿਉਂਕਿ ਜਿਹਦਾ ਕੋਈ ਮੁੱਲ ਨਹੀਂ। ਤੇ ਜੇ ਗਾਹਕ ਨਹੀਂ ਤੇ ਉਹ ਸਸਤਾ ਹੀ ਚਲਿਆ ਜਾਂਦਾ, ਸਹਿਗੋ। ਤੇ ਜੇ ਗਾਹਕ ਹੋਵੇ ਗੁਣਾਂ ਦਾ, ਫਿਰ ਲੱਖਾਂ ਦਾ ਵਿਕ ਜਾਂਦਾ। ਸਤਿਗੁਰੂ ਫਰਮਾਉਂਦੇ, ਬਿਨ ਗਾਹਕ ਗੁਣ ਵੇਚੀਏ, ਔਗੁਣ ਸਹਿਗੋ ਜਾਏ। ਗੁਣ ਕਾ ਗਾਹਕ ਜੇ ਮਿਲੇ, ਔਗੁਣ ਲਾਖ ਬਕਾਈ। ਬਈ ਜੇ ਕਿਤੇ ਗਾਹਕ ਮਿਲ ਜੇ ਤੇ ਉਹਨੂੰ ਪਤਾ ਵੀ ਇਹ ਤਾਂ ਮੁੱਲ ਹੈ, ਵੀ ਇਹਦਾ ਤਾਂ ਕੋਈ ਮੁੱਲ ਹੀ ਨਹੀਂ ਦਿੱਤਾ ਜਾ ਸਕਦਾ, ਵੀ ਇਹ ਤਾਂ ਇੰਨਾ ਕੀਮਤੀ ਹੈ ਖਜ਼ਾਨਾ। ਤੇ ਜਿਹੜਾ ਗਾਹਕ ਔਗਣਾਂ ਦਾ, ਉਹਨੂੰ ਭੇਤ ਹੀ ਨਹੀਂ ਹੈ, ਉਹਨੂੰ ਸੋਝੀ ਨਹੀਂ ਹੈ, ਉਹਨੇ ਉਹੀਓ ਇਕੱਠਾ ਕਰਨਾ। ਉਹਨੇ ਗੁਣ ਤਾਂ ਲੈਣਾ ਨਹੀਂ, ਉਹਨੇ ਔਗਣ ਹੀ ਇਕੱਠੇ ਕਰੀ ਜਾਣਾ। ਇਸ ਵਾਸਤੇ ਫਿਰ ਬਾਬਾ ਕਬੀਰ ਜੀ ਕਹਿੰਦੇ ਵੀ ਇਹ ਰਾਮ ਜਿਹੜਾ ਨਾਮ ਰਤਨ ਹੈ, ਬਈ ਇਹ ਰਤਨ ਨੂੰ ਪਾ ਕੇ ਬਈ ਆਪਦੇ ਹਿਰਦੇ 'ਚ ਵਸਾ ਲਿਆ। ਤੇ ਹੁਣ ਜਿਹੜਾ ਵੀ ਪਾਰਖੂ ਹੈ, ਉਹ ਪਾਰਖੂ ਦੇ ਅੱਗੇ ਪੇਸ਼ ਕਰਦੇ, ਉਹਨੂੰ ਦੱਸਦੇ। ਜੇ ਹੁਣ ਕੋਈ ਪਾਰਖੂ ਨਹੀਂ, ਜੇ ਗਾਹਕ ਨਹੀਂ, ਤੇ ਉਹਨੂੰ ਭੇਤ ਹੀ ਨਹੀਂ, ਉਹਨੂੰ ਉਹਦੇ ਮੁੱਲ ਦਾ, ਉਹਦੀ ਕੀਮਤ ਦਾ। ਇਸ ਲਈ ਮਹਾਰਾਜ ਕਹਿੰਦੇ, ਕਬੀਰ ਰਾਮ ਪਦਾਰਥ ਪਾਏ ਕੇ, ਕਬੀਰਾ ਗਾਂਠ ਨਾ ਖੋਲ। ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਵੀ ਜਿਹੜਾ ਗਾਹਕ ਹੀ ਨਹੀਂ, ਉਹਨੂੰ ਪਤਾ ਹੀ ਨਹੀਂ ਮੁੱਲ ਦਾ, ਉਹਨੂੰ ਪਤਾ ਹੀ ਨਹੀਂ ਇਹ ਬਈ ਇਹ ਜਿਹੜੇ ਗੁਣ ਵੀ ਇਹ ਕਿੰਨੇ ਕੀਮਤੀ ਨੇ, ਵਡਮੁੱਲੇ ਨੇ। ਇਸ ਵਾਸਤੇ ਫਿਰ ਸਤਿਗੁਰੂ ਆਪਾਂ ਨੂੰ ਪਹਿਲਾਂ ਜਦੋਂ ਆਪਾਂ ਸਤ ਸੰਗਤ ਕਰਦੇ ਹਾਂ, ਇਹ ਸਾਨੂੰ ਗਾਹਕ ਬਣਾਉਂਦੇ ਨੇ। ਸਾਨੂੰ ਹੌਲੀ ਹੌਲੀ ਸਮਝ ਲੱਗਦੀ, ਸਾਨੂੰ ਹੌਲੀ ਹੌਲੀ ਕਦਰ ਦਾ ਪਤਾ ਲੱਗਦਾ। ਜਿਵੇਂ ਹੁਣ ਸੰਸਾਰ ਦੇ ਵਿੱਚ ਜਦੋਂ ਤਾਂ ਗੁਰਮੁਖ ਆਉਂਦੇ, ਮਾਲਕ ਉਹਨਾਂ ਨੂੰ ਭੇਜਦਾ ਆਪਦਾ ਸੰਦੇਸ਼ਾ ਦੇਣ ਵਾਸਤੇ। ਜਦੋਂ ਤਾਂ ਗੁਰਮੁਖ ਸਰੀਰ ਵਿੱਚ ਹੁੰਦੇ, ਉਹਨਾਂ ਸਮਾਂ ਜੀਵ ਉਹਨਾਂ ਦੀ ਘੱਟ ਹੀ ਕਦਰ ਕਰਦੀ, ਕਿਉਂਕਿ ਉਹਨਾਂ ਨੂੰ ਭੇਤ ਨਹੀਂ ਆਉਂਦੀ। ਜਦੋਂ ਦੇਹ ਨੂੰ ਛੱਡ ਕੇ ਚਲੇ ਜਾਂਦੇ, ਉਦੋਂ ਬਾਅਦ 'ਚੋਂ ਜ਼ਿਆਦਾ ਮੰਨਦੇ। ਇਸੇ ਤਰ੍ਹਾਂ ਹੀ ਜਦੋਂ ਤਾਂ ਗੁਰੂ ਸਾਹਿਬ ਆਏ, ਉਦੋਂ ਸਾਰਿਆਂ ਨੇ ਨਹੀਂ ਮੰਨਿਆ ਉਹਨਾਂ ਨੂੰ, ਵਿਰਲੇ ਵਿਰਲੇ ਸੀ ਮੰਨਣ ਵਾਲੇ। ਜ਼ਿਆਦਾ ਜੀਵ ਉਹਨਾਂ ਦੇ ਖਿਲਾਫ ਹੀ ਹੋਏ ਰਹੇ, ਉਹਨਾਂ ਦੇ ਉਲਟੀ ਹੋਏ ਰਹੇ, ਕਿਉਂਕਿ ਉਹ ਗਾਹਕ ਹੀ ਔਗਣਾਂ ਦੀ ਸੀ। ਉਹਨਾਂ ਨੇ ਜਿਹੜੀਆਂ ਪੰਡਾਂ ਉਹ ਔਗਣਾਂ ਦੀਆਂ ਬੰਨੀਆਂ ਹੋਈਆਂ ਸੀ, ਅਤੇ ਗੁਰੂ ਸਾਹਿਬ ਆਪਾਂ ਨੂੰ ਮਾਲਕ ਦੇ ਗੁਣਾਂ 'ਤੇ ਲਾਉਂਦੇ ਸੀ, ਅਤੇ ਉਹ ਗੁਣਾਂ ਦੇ ਗਾਹਕ ਨਹੀਂ ਸੀ, ਤਾਂ ਕਰਕੇ ਉਹਨਾਂ ਨੇ ਲਾਹਾ ਨਹੀਂ ਖੱਟੀ। ਉਹ ਜਿੰਨਾ ਸਮਾਂ ਆਕਾਰ 'ਚ ਰਹੇ, ਉਹਨਾਂ ਦੇ ਖਿਲਾਫ ਹੀ ਹੋਏ ਰਹੇ, ਉਹਨਾਂ ਦੀ ਨਿੰਦਾ ਹੀ ਕਰਦੇ ਰਹੇ, ਉਹਨਾਂ ਦੇ ਨਾਲ ਹੀ ਵੈਰ ਵਿਰੋਧ ਕਰਦੇ ਰਹੇ। ਇਸ ਵਾਸਤੇ ਫਿਰ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਵੀ ਜੋ ਸਾਨੂੰ ਉਪਦੇਸ਼ ਦਿੱਤਾ ਜਾ ਰਿਹਾ, ਜੋ ਸਾਨੂੰ ਇਹ ਸਾਡੇ ਜੀਵਨ ਦੀ ਜਾਚ ਸਿਖਾਈ ਜਾ ਰਹੀ, ਸਤਿਗੁਰੂ ਦੱਸਦੇ
ਬਈ ਇਹਦਾ ਭੇਦ ਸਾਨੂੰ ਹੌਲੀ ਹੌਲੀ ਆਉਂਦਾ, ਜਿਉਂ ਅਸੀਂ ਸੰਗਤ ਕਰਦੇ ਹਾਂ ਤੇ ਉਹਦੇ ਸਾਨੂੰ ਹੌਲੀ ਹੌਲੀ ਸਮਝ ਲੱਗਦੀ। ਬਈ ਜੋ ਗੁਰਬਾਣੀ ਗੁਰੂ ਸਾਨੂੰ ਸਮਝਾ ਰਹੇ, ਬਈ ਇਹ ਕਿੰਨਾ ਕੀਮਤੀ ਗਿਆਨ ਹੈ, ਕਿੰਨਾ ਵਡਮੁੱਲਾ ਹੈ। ਬਈ ਕਿੱਡਾ ਵੱਡਾ ਸਾਡੇ 'ਤੇ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਪਰਉਪਕਾਰ ਕੀਤੇ। ਬਈ ਸਾਨੂੰ ਸਾਰਾ ਭੇਦ ਦੇ ਕੇ ਗਏ, ਉਹ ਵੀ ਲਿਖਤੀ ਰੂਪ ਵਿੱਚ, ਬਈ ਤਾਂ ਕਿ ਸਾਨੂੰ ਹੋਰ ਪਾਸੇ ਭਟਕਣਾ ਨਾ ਪਵੇ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹੀਏ, ਪੜ੍ਹ ਕੇ ਵਿਚਾਰੀਏ, ਅਤੇ ਸਾਡੇ ਵਿੱਚ ਉਹੀਓ ਗੁਣ ਆ ਜਾਣ ਜਿਹੜੇ ਪਰਮਾਤਮਾ ਦੇ ਵਿੱਚ, ਅਤੇ ਅਸੀਂ ਸਾਰੇ ਸੁਖੀ ਵਸੀਏ, ਆਪਦੇ ਜੀਵਨ ਦਾ ਲਾਹਾ ਖੱਟੀਏ। ਹੁਣ ਜੇ ਅਸੀਂ ਗੁਰਬਾਣੀ ਗੁਰੂ ਨੂੰ ਮੰਨ ਲਈਏ ਅਤੇ ਆਹ ਜਿਹੜੀਆਂ ਲੜਾਈਆਂ ਝਗੜੇ, ਵੈਰ ਵਿਰੋਧ, ਇਹ ਸਭ ਖਤਮ ਹੋ ਜਾਵੇ। ਇਹ ਸਾਰਾ ਕੁਛ ਲੜਾਈਆਂ ਝਗੜੇ, ਵੈਰ ਵਿਰੋਧ, ਕਲਾ ਕਲੇਸ਼, ਇਹ ਤਾਂ ਹੀ ਹੈ ਅਸੀਂ ਗੁਰਬਾਣੀ ਗੁਰੂ ਨੂੰ ਮੰਨਦੇ ਨਾ ਮੰਨਣ ਕਰਕੇ ਹੀ ਸਾਡੇ ਮਨ ਨੇ ਜਿਹੜੇ ਉਹ ਦੁਖੀ ਨੇ, ਕਿਉਂਕਿ ਅਸੀਂ ਗੁਣਾਂ ਦੇ ਤਾਂ ਗਾਹਕ ਬਣੇ ਨਹੀਂ, ਗੁਰਬਾਣੀ ਗੁਰੂ ਦੇ ਗਾਹਕ ਨਹੀਂ ਬਣੇ। ਜਿਹੜੇ ਗਾਹਕ ਬਣੇ ਉਹ ਔਗਣਾਂ ਦੇ ਬਣੇ, ਉਹ ਔਗਣ ਹੀ ਇਕੱਠੇ ਕੀਤੇ, ਵੈਰ ਵਿਰੋਧ ਹੀ ਇਕੱਠਾ ਕੀਤਾ। ਆਈਓ ਮਹਾਰਾਜ ਫਿਰ ਆਪਾਂ ਨੂੰ ਸਾਡੇ ਜੀਵਨ ਦੀ ਜਾਂਚ ਦੱਸਦੇ ਹੋਏ ਆਪਾਂ ਨੂੰ ਸਮਝਾਉਂਦੇ ਵੀ ਇਹ ਪਿਆਰ ਦਾ ਖੇਲ, ਪ੍ਰੇਮ ਦਾ ਮਾਰਗ। ਬਈ ਜੇ ਅਸੀਂ ਆਪਦੇ ਜੀਵਨ ਦਾ ਲਾਹਾ ਖੱਟਣਾ ਚਾਹੁੰਦੇ ਹਾਂ ਅਤੇ ਤੁਸੀਂ ਸਹਿਜ ਵਿੱਚ ਆਓ। ਜੇ ਅਸੀਂ ਵਾਦ ਵਿਵਾਦ ਦੇ ਵਿੱਚ ਹੀ ਪਏ ਰਹੇ, ਜੇ ਅਸੀਂ ਔਗਣ ਹੀ ਇਕੱਠੇ ਕਰਦੇ ਰਹੇ, ਅਤੇ ਸਾਡਾ ਮਾਲਕ ਨਾਲ ਮੇਲ ਨਹੀਂ ਹੋਣਾ, ਸਾਡਾ ਮਿਲਾਪ ਨਹੀਂ ਹੋਏ। ਮਹਾਰਾਜ ਕਹਿੰਦੇ ਬਾਦ ਹੰਕਾਰ ਨਹੀਂ ਪ੍ਰਭ ਮੇਲਾ। ਵੀ ਕਿਸੇ ਨੇ ਵੀ ਬਾਦ ਹੰਕਾਰ, ਵੈਰ ਵਿਰੋਧ 'ਚ ਪੈ ਕੇ ਮਾਲਕ ਨਾਲ ਮਿਲਾਪ ਨਹੀਂ ਕੀਤਾ। ਸੋ ਇਸ ਵਾਸਤੇ ਫਿਰ ਆਪਾਂ ਗਾਹਕ ਬਣਨਾ ਗੁਣਾਂ ਦੇ। ਜਦੋਂ ਆਪਾਂ ਇਕੱਠੇ ਹੁੰਦੇ ਹਾਂ, ਆਪਾਂ ਗੁਣਾਂ ਦੀ ਸਾਂਝ ਪਾਉਣੀ। ਜਿਹੜੇ ਔਗਣ ਛੱਡਣੇ, ਔਗਣ ਨਹੀਂ ਫਰੋਲਣੇ, ਕਿਸੇ ਦੀ ਗੱਲ ਹੀ ਨਹੀਂ ਕਰਨੀ ਆ। ਜਦੋਂ ਇਕੱਠੇ ਹੋਣਾ, ਮਾਲਕ ਦੀ ਵਿਚਾਰ ਕਰਨੀ, ਪਰਮਾਤਮਾ ਦੀ, ਉਹਦੇ ਗੁਣ। ਜਦੋਂ ਅਸੀਂ ਮਾਲਕ ਦੇ ਗੁਣਾਂ ਦੀ ਸਾਂਝ ਪਾਵਾਂਗੇ, ਹੁਣ ਜਦੋਂ ਆਪਾਂ ਸਤਸੰਗ 'ਚ ਆਉਂਦੇ ਹਾਂ, ਸਾਨੂੰ ਪਰਮਾਤਮਾ ਦੇ ਗੁਣਾਂ ਤੋਂ ਜਾਣੂ ਕਰਾਇਆ ਜਾਂਦਾ। ਬਈ ਸਾਡਾ ਜੋ ਮਾਤਾ ਪਿਤਾ ਨਿਰੰਕਾਰ ਵਾਹਿਗੁਰੂ, ਉਹਦੇ ਜਿਹੜੇ ਗੁਣ ਨੇ, ਉਹ ਗੁਣ ਅਸੀਂ ਸਤਸੰਗ 'ਚ ਆ ਕੇ ਸਿੱਖਣੇ ਹੁੰਦੇ। ਮਹਾਰਾਜ ਕਹਿੰਦੇ ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਜਿੱਥੇ ਉਹ ਅਸੀਂ ਸਿੱਖਣੇ ਹਰੀ ਦੇ ਗੁਣ, ਪਰਮਾਤਮਾ ਦੇ, ਅਤੇ ਉਹ ਗੁਣਾਂ ਤੋਂ ਜਾਣੂ ਆਪਾਂ ਨੂੰ ਸਤਿਗੁਰੂ ਕਰਾਉਂਦੀ। ਬਈ ਜੋ ਸਾਡਾ ਸਭ ਦਾ ਮਾਤਾ ਪਿਤਾ ਉਹ ਨਿਰਭਉ ਹੈ, ਉਹਨੂੰ ਕਿਸੇ ਦਾ ਵੀ ਭੈ ਨਹੀਂ ਹੈ। ਜੇ ਅਸੀਂ ਉਹ ਨਿਰਭਉ ਨੂੰ ਜਪਾਂਗੇ, ਜੇ ਅਸੀਂ ਉਹਦੇ ਗੁਣ ਗਾਵਾਂਗੇ, ਸਿਮਰਨ ਕਰਾਂਗੇ, ਅਤੇ ਸਾਡੇ ਵਿੱਚ ਵੀ ਉਹੀਓ ਗੁਣ ਆ ਜਾਏਗਾ ਪਰਮਾਤਮਾ ਵਾਲਾ, ਅਸੀਂ ਵੀ ਨਿਰਭਉ ਹੋ ਜਾਵਾਂਗੇ। ਮਹਾਰਾਜ ਤਾਈਓ ਸਾਨੂੰ ਸਮਝਾਉਂਦੇ ਨਿਰਭਉ ਜਪੈ ਸਗਲ ਭਉ ਮਿਟੇ। ਵੀ ਜਦੋਂ ਅਸੀਂ ਪਰਮਾਤਮਾ ਨਿਰਭਉ ਹੈ, ਉਹਦਾ ਸਿਮਰਨ ਕਰਾਂਗੇ, ਉਹਦੇ ਗੁਣ ਗਾਵਾਂਗੇ, ਉਹਦੇ ਗੁਣਾਂ ਦੀ ਸਾਂਝ ਪਾਵਾਂਗੇ, ਅਤੇ ਸਾਡੇ ਸਾਰੇ ਭੈ, ਜਿੰਨੇ ਵੀ ਸਾਨੂੰ ਡਰ ਨੇ, ਉਹ ਸਭ ਡਰ ਖਤਮ ਹੋ ਜਾਣ। ਸਾਨੂੰ ਜਮਾਂ ਦਾ ਵੀ ਡਰ ਨਹੀਂ ਰਹਿਣਾ, ਉਹ ਵੀ ਸਾਡੇ ਅੰਦਰੋਂ ਖਤਮ ਹੋ ਜਾਣਾ। ਅਤੇ ਜਦੋਂ ਜਮਾਂ ਦੇ ਇੰਨਾ ਡਰ ਰਿਹਾ, ਸਾਨੂੰ ਹੋਰ ਵੀ ਸੰਸਾਰ ਦਾ ਕੋਈ ਡਰ ਨਹੀਂ ਰਹਿਣਾ। ਇਸ ਲਈ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਮਾਲਕ ਦੇ ਗੁਣ ਗਾਏ, ਉਹ ਪਰਮਾਤਮਾ ਦੇ ਸੇਵਕ ਬਣ ਗਏ, ਉਹਨਾਂ ਨੂੰ ਸੰਤ ਕਹਿ ਦਿੱਤਾ। ਅਤੇ ਉਹਨਾਂ ਸੰਤਾਂ ਦੇ ਨੇੜੇ ਜਮ ਨਹੀਂ ਆਉਂਦੇ, ਅਤੇ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਭੈ ਨਹੀਂ।
महाराज कहते मेरे राम राय तू संतां का संत तेरे तेरे सेवक को भौ किछ नाही जम नहीं आवे नेड़े। बई जेड़ा तेरा सेवक है उन्होंने किसी किस्म का भय नहीं रहा, क्योंकि ਉਹਦੇ ਨਿਰਭਉ ਨੂੰ ਜਪੇ। ਮੇਰਾ ਆਪਾਂ ਨੂੰ ਦੱਸਦੇ ਵੀ ਮਾਲਕ ਨਿਰਵੈਰ ਹੈ, ਬਈ ਜਿਹਦਾ ਕਿਸੇ ਨਾਲ ਵੀ ਕੋਈ ਵੈਰ ਨਹੀਂ, ਨਿਰਵੈਰ। ਔਰ ਜਦੋਂ ਆਪਾਂ ਸਿਮਰਨ ਭਗਤੀ ਕਰਾਂਗੇ ਤੇ ਉਹੀਓ ਗੁਣ ਆਪਣੇ ਅੰਦਰ ਵੀ ਆ ਜਾਏਗਾ, ਆਪਣਾ ਮਨ ਵੀ ਨਿਰਵੈਰ ਹੋ ਜਾਏਗਾ। ਜਦੋਂ ਮਨ ਨਿਰਵੈਰ ਹੋ ਗਿਆ, ਸਾਡੇ ਵਿੱਚ ਉਹ ਗੁਣ ਆ ਗਿਆ, ਆਪਣਾ ਕਿਸੇ ਨਾਲ ਵੀ ਕੋਈ ਵੈਰ ਰਹਿਣਾ ਹੀ ਨਹੀਂ, ਕਿਸੇ ਕਿਸਮ ਦਾ ਵੀ। ਸਭ ਜਿਹੜੇ ਇਹ ਵੈਰ ਵਿਰੋਧ ਸੀ ਉਹ ਖਤਮ ਹੋ ਗਏ। ਅਤੇ ਇਸ ਕਰਕੇ ਕਹਿੰਦੇ ਵੀ ਪਰਮਾਤਮਾ ਨਿਰਵੈਰ ਹੈ, ਅਤੇ ਜਦੋਂ ਆਪਾਂ ਉਹਦੇ ਗੁਣਾਂ ਦੀ ਸਾਂਝ ਪਾਵਾਂਗੇ ਉਹੀਓ ਗੁਣ ਆਪਣੇ ਅੰਦਰ ਅੱਜ ਆਪਾਂ ਵੀ ਨਿਰਵੈਰ ਹੋ ਗਏ। ਫਿਰ ਆਪਾਂ ਨੂੰ ਦੱਸਦੇ ਵੀ ਮਾਲਕ ਐਡਾ ਵੱਡਾ ਹੈ, ਐਸੀ ਕੋਈ ਥਾਂ ਨਹੀਂ ਜਿੱਥੇ ਉਹ ਮੌਜੂਦ ਨਾ ਹੋਵੇ, ਹਰ ਥਾਂ 'ਤੇ। ਫਿਰ ਵੀ ਉਹਦੇ ਅੰਦਰ ਹਉਮੈ ਨਹੀਂ, ਇੰਨਾ ਵੱਡਾ ਹੋਣ ਦੇ ਬਾਵਜੂਦ। ਅਤੇ ਇਹੋ ਗੁਣ ਹੈ ਮਾਲਕ ਦਾ ਵੀ, ਇੰਨਾ ਵੱਡਾ ਹੋਣ ਦੇ ਬਾਵਜੂਦ ਉਹਦੇ ਅੰਦਰ ਹਉਮੈ ਨਹੀਂ, ਅਤੇ ਉਹੀਓ ਗੁਣ ਆਪਣੇ ਵਿੱਚ ਆ ਜਾਏਗਾ ਵੀ ਸਾਡੇ ਅੰਦਰੋਂ ਹਉਮੈ ਦਾ ਨਾਸ ਹੋ ਜਾਏਗਾ। ਤਾਈਓਂ ਗੁਰਮੁਖ ਦੀ ਅਵਸਥਾ ਜਿਹੜੀ ਉਹ ਕਿੰਨੀ ਵੀ ਉੱਚੀ ਹੋ ਜਾਂਦੀ, ਪਰ ਫਿਰ ਵੀ ਉਹਨਾਂ ਦੇ ਅੰਦਰ ਹਉਮੈ ਨਹੀਂ ਹੁੰਦੀ, ਕਿਉਂਕਿ ਉਹ ਗੁਣ ਹੈ ਮਾਲਕ ਵਾਲਾ ਉਹਨਾਂ ਦੇ ਅੰਦਰ ਆ ਗਿਆ। ਜਿਵੇਂ ਪਰਮਾਤਮਾ ਇੰਨਾ ਉੱਚਾ, ਇੰਨਾ ਵੱਡਾ, ਬੇਅੰਤ, ਫਿਰ ਉੱਚਾ ਜੰਤ, ਉਹਨਾਂ ਦੀ ਅਵਸਥਾ ਇਹ ਗੁਣ ਨੇ ਪਰਮਾਤਮਾ ਦੇ। ਉਹ ਮਿੱਠਾ ਬੋਲਦਾ ਹੈ, ਉਹਨੂੰ ਕੌੜਾ ਨਹੀਂ ਬੋਲਣਾ ਹੁੰਦਾ। ਕਿਸੇ ਦੇ ਔਗਣ ਉਹ ਦੇਖਦਾ ਨਹੀਂ, ਕਿਸੇ ਦੇ ਔਗਣ ਉਹ ਚਿਤਾਰਦਾ ਕੋਈ ਨਹੀਂ। ਮਹਾਰਾਜ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਔ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਔਗਣ ਕੋ ਨਾ ਚਿਤਾਰੇ। ਬਈ ਮਾਲਕ ਸਦਾ ਹੀ ਮਿੱਠਾ ਬੋਲਦਾ, ਕੌੜਾ ਉਹ ਕਦੇ ਬੋਲਦਾ ਨਹੀਂ, ਅਤੇ ਔਗਣ ਕਿਸੇ ਦੇ ਉਹ ਦੇਖਦਾ ਨਹੀਂ, ਕਿਸੇ ਦੇ ਔਗਣ ਉਹ ਚਿਤਾਰਦਾ ਨਹੀਂ। ਕਿੱਡਾ ਵੱਡਾ ਗੁਣ ਹੈ ਦੇਖ, ਵੀ ਕਿਸੇ ਦੇ ਔਗਣ ਹੀ ਨਾ ਦੇਖਣੇ, ਕਿਸੇ ਦੇ ਔਗਣ ਚਿਤਾਰਨੇ ਨਹੀਂ। ਔਰ ਇਹੀਓ ਗੁਣ ਫਿਰ ਗੁਰਮੁਖਾਂ 'ਚ ਆ ਜਾਂਦਾ। ਇਹ ਮਾਲਕ 'ਚ ਗੁਣ ਹੈ, ਇਹੀਓ ਗੁਰਮੁਖਾਂ ਦੇ ਵਿੱਚ ਹੁੰਦਾ ਹੈ। ਉਹ ਵੀ ਤਾਂਹੀਓ ਕਿਸੇ ਦੇ ਔਗਣ ਦੇਖਦੇ ਨਹੀਂ, ਉਹ ਕਿਸੇ ਦੇ ਔਗਣ ਜਿਹੜੇ ਉਹ ਚਿਤਾਰਦੇ ਨਹੀਂ। ਇਹ ਕਿੱਡਾ ਵੱਡਾ ਗੁਣ ਹੈ ਪਰਮਾਤਮਾ ਦਾ। ਅਤੇ ਉਹੀਓ ਗੁਰਮੁਖਾਂ ਦੇ ਵਿੱਚ ਆ ਗਿਆ ਜਦੋਂ ਉਹਨਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ, ਉਹਦੀ ਭਗਤੀ ਕੀਤੀ। ਇਸ ਲਈ ਫਿਰ ਆਪਾਂ ਨੂੰ ਉਸਤਤ ਕਰਦੇ ਗੁਰੂ ਅਰਜਨ ਦੇਵ ਜੀ ਭਗਤਾਂ ਦੀ, ਬਈ ਜਿਨ੍ਹਾਂ ਭਗਤਾਂ ਨੇ ਬੰਦਗੀ ਕੀਤੀ, ਨਾਮ ਦੇ ਨਾਲ ਜੁੜੇ, ਉਹਨਾਂ ਦੇ ਅੰਦਰ ਸਾਰੇ ਹੀ ਗੁਣ ਪਰਮਾਤਮਾ ਵਾਲੇ ਉਹ ਪ੍ਰਵੇਸ਼ ਹੋ ਗਏ, ਉਹਨਾਂ ਦੇ ਮਨ ਦੇ ਵਿੱਚ ਆ ਗਏ ਉਹੀਓ ਗੁਣ ਸਾਰੇ। ਬਈ ਸੰਸਾਰੀ ਜੀਵ ਬੇਸ਼ੱਕ ਉਹਨਾਂ ਨੂੰ ਕਿੰਨਾ ਵੀ ਮਾੜਾ ਕਹਿੰਦੇ ਰਹੇ, ਕਿੰਨੀ ਉਹਨਾਂ ਦੀ ਨਿੰਦਿਆ ਕਰਦੇ ਰਹੇ, ਉਹਨਾਂ ਦੇ ਔਗਣ ਫਰੋਲਦੇ ਰਹੇ, ਪਰ ਜਦੋਂ ਮਾਲਕ ਦੇ ਨਾਲ ਜੁੜ ਗਏ ਅਤੇ ਉਹਨਾਂ ਦੇ ਵਿੱਚ ਉਹ ਸਾਰੇ ਗੁਣ ਪਰਮਾਤਮਾ ਵਾਲੇ ਪ੍ਰਵੇਸ਼ ਹੋ ਗਏ। ਮਹਾਰਾਜ ਕਹਿੰਦੇ ਵੀ ਭਗਤ ਨਾਮਦੇਵ ਜੀ, ਵੀ ਜਿਹਨੂੰ ਸੰਸਾਰ ਦੇ ਜੀਵ ਕਹਿੰਦੇ ਵੀ ਸ਼ੀਂਬਾ ਅੱਧੀ ਕੌੜੀ ਦਾ, ਵੀ ਜਿਹਨੂੰ ਕੋਈ ਪੁੱਛਦਾ ਨਹੀਂ, ਕਹਿੰਦੇ ਵੀ ਨੀਚ ਜਾਤ ਦਾ। ਜਦੋਂ ਉਹਨਾਂ ਨੇ ਭਗਤੀ ਕੀਤੀ, ਨਾਮ ਨਾਲ ਜੁੜੇ, ਅਤੇ ਅੱਧੀ ਕੌੜੀ ਦਾ ਸ਼ੀਂਬਾ ਕਹਿੰਦੇ ਲੱਖਾਂ ਦਾ ਹੋ ਗਿਆ। ਮਹਾਰਾਜ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ,
ਆੜ ਦਾਮ ਕੋ ਸ਼ੀਪਰ ਹੋਇਓ ਲਖੀਨਾ। ਬਈ ਜਿਹਨੂੰ ਲੋਕ ਕਹਿੰਦੇ ਸੀ ਅੱਧੀ ਕੌੜੀ ਦਾ ਅਤੇ ਉਹ ਲੱਖਾਂ ਦਾ ਬਣ ਗਿਆ, ਕਿਉਂਕਿ ਉਹਦੇ ਵਿੱਚ ਗੁਣ ਆ ਗਈ, ਮਾਲਕ ਬਣੇ। ਇਹ ਮਹਾਰਾਜ ਕਹਿੰਦੇ ਵੀ ਲੋਕ ਕਹਿੰਦੇ ਕਬੀਰ ਜਲਾਹਾ ਹੈ, ਅਤੇ ਕੰਮ ਕੀ ਕਰਦੇ, ਤਾਣਾ ਬੁਣਦੇ। ਅਤੇ ਜਦੋਂ ਉਹਨਾਂ ਦੀ ਪ੍ਰੀਤ ਮਾਲਕ ਦੇ ਚਰਨਾਂ ਦੇ ਨਾਲ ਪਈ, ਉਹਨਾਂ ਨੇ ਤਾਣਾ ਬੁਣਨਾ ਵੀ ਛੱਡ ਦਿੱਤਾ। ਅਤੇ ਜਿਹੜੇ ਗੁਣ ਪਰਮਾਤਮਾ 'ਚ ਸੀ ਉਹੀ ਉਹ ਭਗਤ ਕਬੀਰ ਦੇ ਵਿੱਚ ਪ੍ਰਵੇਸ਼ ਹੋ ਗਈ ਸਾਰੀ। ਮਹਾਰਾਜ ਕਹਿੰਦੇ ਬੁਣਨਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਖੁੱਲਾ ਜਲਾਹਰੋ ਭਇਓ ਗੁਣੀ ਗਹੀਰਾ। ਬਈ ਜਿਹਨੂੰ ਲੋਕ ਕਹਿੰਦੇ ਸੀ ਨੀਚ ਜਾਤ ਦਾ ਜਲਾਹਾ ਹੈ, ਅਤੇ ਕਹਿੰਦੇ ਗੁਣੀਆਂ ਦੇ ਗਹੀਰ ਬਣ ਗਏ, ਗੁਣਾਂ ਦਾ ਸਾਗਰ ਹੋ ਗਿਆ। ਉਹਨਾਂ ਦੇ ਪਰਮਾਤਮਾ ਦੇ ਵਿੱਚ ਰੱਤਾ ਭਰ ਵੀ ਫਰਕ ਨਾ ਰਿਹਾ। ਜਿਹੜੇ ਗੁਣ ਪਰਮਾਤਮਾ 'ਚ ਨੇ ਉਹੀ ਉਹ ਭਗਤ ਕਬੀਰ ਅੰਦਰ ਨੇ। ਫਿਰ ਮਹਾਰਾਜ ਕਹਿੰਦੇ ਭਗਤ ਰਵਿਦਾਸ ਜੀ ਵੀ ਜਿਹਨੂੰ ਲੋਕ ਕਹਿੰਦੇ ਚਮਾਰ, ਇਹ ਕੰਮ ਕੀ ਕਰਦੇ, ਚਮੜੇ ਦਾ। ਜਦੋਂ ਉਹਨਾਂ ਨੇ ਸਤ ਸੰਗਤ ਕੀਤੀ, ਸਾਧੂ ਜਨਾਂ ਦਾ ਸੰਗ ਹੋਇਆ, ਉਹਨਾਂ ਨੂੰ ਭੇਤ ਆਇਆ ਇਹ ਮਾਇਆ ਦਾ, ਤ੍ਰੈ ਗੁਣਾਂ ਦਾ, ਵੀ ਕਿਵੇਂ ਅਸੀਂ ਮਾਇਆ ਦੇ ਵਿੱਚ ਪਹਿਲਾਂ ਔਗਣਾਂ ਦੀਆਂ ਪੰਡਾਂ ਬੰਨ੍ਹਦੇ, ਫਿਰ ਇਸ ਮਾਇਆ ਤੋਂ ਬਾਨੋਂ ਭੱਠਾ ਲਿਆ, ਚੌਥੇ ਪਦ ਵਿੱਚ ਚਲੇ ਗਏ ਅਤੇ ਮਾਲਕ ਦੇ ਨਾਲ ਮਿਲਾਪ ਕੀਤਾ। ਅਤੇ ਮਹਾਰਾਜ ਕਹਿੰਦੇ ਜਿਹੜੇ ਗੁਣ ਪਰਮਾਤਮਾ ਸੀ ਉਹੀ ਉਹ ਭਗਤ ਰਵਿਦਾਸ ਜੀ ਦੇ ਵਿੱਚ ਪ੍ਰਵੇਸ਼ ਹੋ ਗਏ। ਮਹਾਰਾਜ ਕਹਿੰਦੇ ਰਵਿਦਾਸ ਢਵੰਤਾ ਢੋਰ, ਨੀਤ ਤੈਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਵੀ ਉਹਨਾਂ ਨੇ ਵੀ ਸਤ ਸੰਗਤ ਕਰਕੇ ਮਾਲਕ ਨਾਲ ਮਿਲਾਪ ਕੀਤਾ, ਅਤੇ ਜਿਹੜੇ ਗੁਣ ਪਰਮਾਤਮਾ ਸੀ ਉਹੀ ਉਹਨਾਂ ਦੇ ਹਿਰਦੇ ਵਿੱਚ ਪ੍ਰਵੇਸ਼ ਹੋ ਗਏ। ਫਿਰ ਮਹਾਰਾਜ ਦੱਸਦੇ ਵੀ ਸੈਣ, ਜਿਨ੍ਹਾਂ ਨੂੰ ਜੀਵ ਕਹਿੰਦੇ ਸੀ ਬਈ ਜਾਤ ਦੇ ਨਾਈ ਨੇ, ਅਤੇ ਕੰਮ ਕੀ ਕਰਦੇ, ਇੱਕ ਘਰੋਂ ਸੁਨੇਹਾ ਦੂਜੇ ਘਰ ਲੈ ਕੇ ਜਾਣਾ, ਉਹਨੂੰ ਕਹਿੰਦੇ ਸੀ ਉਦੋਂ ਬੁੱਤੀਆਂ ਕੱਢਣਾ। ਅਤੇ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਨੂੰ ਜੀਵ ਪਹਿਲਾਂ ਕਹਿੰਦੇ ਸੀ ਬਈ ਨੀਵੀਂ ਜਾਤ ਦੇ, ਜਦੋਂ ਉਹਨਾਂ ਨੇ ਸਿਮਰਨ ਕੀਤਾ, ਭਗਤੀ ਕੀਤੀ, ਅਤੇ ਉਹਨਾਂ ਦੀ ਵਡਿਆਈ ਘਰ ਘਰ ਹੋਣ ਲੱਗੀ। ਜਿਹੜੇ ਗੁਣ ਪਰਮਾਤਮਾ 'ਚ ਸੀ ਉਹੀ ਉਹ ਭਗਤ ਸੈਣ ਜੀ ਦੇ ਵਿੱਚ ਪ੍ਰਵੇਸ਼ ਹੋ ਗਈ, ਅਤੇ ਉਹਨਾਂ ਦੀ ਗਿਣਤੀ ਭਗਤਾਂ 'ਚ ਗਿਣੇ ਜਾਣ ਲੱਗੇ। ਮਹਾਰਾਜ ਕਹਿੰਦੇ ਸੈਣ ਨਾਈ ਬਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਬਈ ਉਹਨਾਂ ਦੇ ਹਿਰਦੇ 'ਚ ਵੀ ਪਾਰ ਬ੍ਰਹਮ ਦਾ ਨਿਵਾਸ ਹੋ ਗਿਆ, ਪਰਮਾਤਮਾ ਦਾ। ਅਤੇ ਜਿਹੜੇ ਗੁਣ ਪਰਮਾਤਮਾ 'ਚ ਸੀ ਉਹੀ ਉਹਨਾਂ ਦੇ ਵਿੱਚ ਪ੍ਰਵੇਸ਼ ਹੋ ਗਏ। ਫਿਰ ਦੱਸਦੇ ਵੀ ਭਗਤ ਧੰਨਾ ਜੀ, ਜਦੋਂ ਉਹਨਾਂ ਨੇ ਦੇਖਿਆ ਵੀ ਜਦੋਂ ਸਾਰੇ ਇਹ ਵੀ ਮਾਲਕ ਨੂੰ ਮਿਲ ਸਕਦੇ ਤਾਂ ਮੈਂ ਕਿਉਂ ਨਹੀਂ ਮਿਲ ਸਕਦਾ, ਉਹਨਾਂ ਨੇ ਵੀ ਸੰਗਤ ਕੀਤੀ, ਸੰਤ ਜਨਾਂ ਦੀ ਸੰਗਤ ਕਰਕੇ ਇਹ ਭੇਦ ਲਿਆ ਮਾਲਕ ਦੇ ਗੁਣਾਂ ਦਾ, ਸਿਮਰਨ ਕੀਤਾ, ਅਤੇ ਉਹ ਵੀ ਇਹ ਮਾਇਆ ਤੋਂ ਉੱਪਰ ਉੱਠ ਗਏ ਅਤੇ ਵੱਡੇ ਭਾਗਾਂ ਵਾਲੇ ਬਣ ਗਏ। ਉਹਨਾਂ ਦਾ ਵੀ ਮਾਲਕ ਨਾਲ ਮਿਲਾਪ ਹੋ ਗਏ, ਅਤੇ ਜਿਹੜੇ ਗੁਣ ਪਰਮਾਤਮਾ ਦੇ ਵਿੱਚ ਸੀ ਉਹੀ ਉਹ ਭਗਤ ਧੰਨਾ ਜੀ ਦੇ ਵਿੱਚ ਆ ਗਏ। ਮਹਾਰਾਜ ਕਹਿੰਦੇ ਇਹ ਵਿਦ ਸੁਣ ਕੇ ਜੱਟ ਰੂ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗਸਾਈਆਂ ਧੰਨਾ ਵਡ ਭਾਗਾ। ਉਹ ਵੀ ਵੱਡੇ ਭਾਗਾਂ ਵਾਲੇ ਹੋ ਗਏ। ਔਰ ਆਪਾਂ ਨੂੰ ਫਿਰ ਦੱਸਦੇ ਵੀ ਪਰਮਾਤਮਾ ਦੇ ਜਿਹੜੇ ਗੁਣ ਉਹ ਸਾਡੇ ਵਿੱਚ ਫੇਰ ਹੀ ਪ੍ਰਵੇਸ਼ ਹੁੰਦੇ, ਫੇਰ ਹੀ ਸਾਡੇ ਹਿਰਦੇ 'ਚ ਰੁਕਦੇ, ਜੇ ਅਸੀਂ ਗੁਰੂ ਦੀ ਮੱਤ ਲਈ ਹੋਏਗੀ।
ਜੇ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ, ਸਾਡੇ ਹਿਰਦੇ 'ਚ ਪਰਮਾਤਮਾ ਦੇ ਜਿਹੜੇ ਗੁਣ ਨੇ ਉਹ ਗੁਣ ਰੁਕਦੇ ਨਹੀਂ, ਉਹ ਟਿਕਦੇ ਨਹੀਂ। ਕਿਉਂਕਿ ਮਹਾਰਾਜ ਦੱਸਦੇ ਵੀ ਜਦੋਂ ਸਾਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਜਾਂਦਾ ਹੈ, ਆਪਣਾ ਜਨਮ ਹੁੰਦਾ, ਬੱਚਾ ਹੁੰਦਾ ਹੈ, ਬੱਚੇ ਦੇ ਵਿੱਚ ਉਹ ਸਾਰੇ ਗੁਣ ਪਰਮਾਤਮਾ ਵਾਲੇ ਮੌਜੂਦ ਹੁੰਦੇ ਸੀ। ਉਹ ਜਦੋਂ ਸੰਸਾਰ 'ਚ ਆਇਆ, ਉਹਦੇ ਅੰਦਰ ਕਿਸੇ ਕਿਸਮ ਦਾ ਕੋਈ ਵੈਰ ਵਿਰੋਧ ਨਹੀਂ, ਕੋਈ ਕਿਸੇ ਨਾਲ ਉਹਦੀ ਈਰਖਾ ਨਹੀਂ, ਕੋਈ ਨਫ਼ਰਤ ਨਹੀਂ, ਕੁਛ ਨਹੀਂ ਹੈ ਉਹਦੇ ਵਿੱਚ। ਉਹ ਪਰਮਾਤਮਾ ਦਾ ਹੀ ਰੂਪ ਹੈ। ਪਰ ਜਿਉਂ-ਜਿਉਂ ਉਹ ਵੱਡਾ ਹੁੰਦਾ ਹੈ ਅਤੇ ਉਹਦਾ ਮਾਇਆ ਦਾ ਅਸਰ ਉਹਦੇ ਉੱਤੇ ਹੋਈ ਜਾਂਦਾ, ਉਹ ਸਿਮਰਨ ਨਹੀਂ ਕਰਦਾ, ਸੰਗਤ ਨਹੀਂ ਕਰਦਾ। ਫਿਰ ਜਿਹੜੇ ਮਾਲਕ ਦੇ ਗੁਣ ਹੁੰਦੇ, ਉਹ ਗੁਣ ਵੀ ਸਾਡੇ ਹਿਰਦੇ 'ਚ ਰਹਿੰਦੇ ਨਹੀਂ, ਉਹ ਗੁਣ ਸਾਡੇ ਅੰਦਰੋਂ ਬਾਹਰ ਚਲੇ ਜਾਂਦੇ। ਕਿਉਂਕਿ ਉਹ ਜਿਉਂ-ਜਿਉਂ ਸੰਗਤ ਹੁੰਦੀ, ਸੰਗਤ ਦਾ ਸਾਡੇ ਉੱਤੇ ਅਸਰ ਹੁੰਦਾ। ਉਹ ਜਿੱਦਾਂ ਦਾ ਮਾਹੌਲ ਦੇਖਦਾ ਬੱਚਾ, ਬਈ ਸੰਸਾਰ ਦੇ ਜੀਵ ਉਹ ਔਗਣਾਂ ਦੀਆਂ ਪੰਡਾਂ ਬੰਨ੍ਹਣ ਲੱਗੇ ਹੋਏ, ਉਹੀਓ ਸਿੱਖਦਾ ਜਾਂਦਾ। ਉਹ ਜੋ ਦੇਖਦਾ ਉਹ ਵੀ ਲੈਣਾ ਸ਼ੁਰੂ ਕਰ ਦਿੰਦਾ। ਇਸ ਲਈ ਮਹਾਰਾਜ ਦੱਸਦੇ, ਕਹਿੰਦੇ ਵੀ ਜਦੋਂ ਸਾਨੂੰ ਪਰਮਾਤਮਾ ਵਿਸਰ ਗਏ, ਜਿਹੜੇ ਉਹਦੇ ਗੁਣ ਸੀ ਉਹ ਗੁਣ ਵੀ ਸਾਡੇ ਅੰਦਰੋਂ ਚਲੇ ਗਏ। ਹਰ ਵਿਸਰਤ ਤੇਰੇ ਗੁਣ ਗਲੇ ਆ, ਵੀ ਜਦੋਂ ਸਾਨੂੰ ਪਰਮਾਤਮਾ ਹੀ ਵਿਸਰ ਗਿਆ ਤੇ ਉਹਦੇ ਗੁਣ ਵੀ ਕਿੱਥੋਂ ਰਹਿਣੇ ਸੀ। ਉਹ ਗੁਣ ਵੀ ਸਾਡੇ ਅੰਦਰੋਂ ਚਲੇ ਗਏ। ਹੁਣ ਪਰਮਾਤਮਾ ਦੇ ਗੁਣ ਉਹਨਾਂ ਦੇ ਅੰਦਰ ਰੁਕਦੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਭੈ ਹੈ। ਇਸ ਮਾਰਗ 'ਤੇ ਚੱਲਦੇ ਹੋਏ ਸਾਡੇ ਅੰਦਰ ਪ੍ਰੇਮ ਵੀ ਹੋਵੇ ਅਤੇ ਸਾਡੇ ਅੰਦਰ ਭੈ ਵੀ ਹੋਵੇ। ਭੈ ਹੋਵੇ ਪਰਮਾਤਮਾ ਦਾ। ਇੱਕ ਤਾਂ ਭੈ ਹੁੰਦੇ ਸੰਸਾਰ ਦੇ, ਸੰਸਾਰੀ ਡਰ। ਉਹ ਜਿਹੜੇ ਸੰਸਾਰ ਦੇ ਭੈ, ਮਾਇਆ ਦੇ, ਉਹ ਤਾਂ ਸਾਡੇ ਮਨ ਨੂੰ ਹੋਰ ਮੈਲਾ ਕਰਦੇ, ਸਾਡੇ 'ਤੇ ਮੈਲ ਚੜ੍ਹਾਉਂਦੇ। ਜਿਹੜਾ ਪਰਮਾਤਮਾ ਦਾ ਭੈ ਹੈ, ਉਹ ਭੈ ਸਾਡੇ ਮਨ ਨੂੰ ਨਿਰਮਲ ਕਰ ਦਿੰਦਾ, ਉਹ ਸਾਡੇ ਮਨ ਨੂੰ ਵਿਰਾਗੀ ਕਰ ਦਿੰਦਾ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਪਰਮਾਤਮਾ ਦੇ ਗੁਣ ਉਹਨਾਂ ਦੇ ਹਿਰਦੇ 'ਚ ਟਿਕਦੇ ਜਿਨ੍ਹਾਂ ਦੇ ਅੰਦਰ ਮਾਲਕ ਦਾ ਭੈ ਹੈ। ਫਰਮਾਉਂਦੇ ਨੇ, ਹਰ ਗੁਣ ਹਿਰਦੇ ਤਿਸ ਕੇ ਟਿਕੈ, ਜਿਸ ਅੰਤਰ ਭਉ ਭਾਵਨੀ ਹੋਈ। ਬਈ ਜਿਨ੍ਹਾਂ ਦੇ ਅੰਦਰ ਪ੍ਰੇਮ ਵੀ ਹੈ ਅਤੇ ਭੈ ਵੀ ਹੈ ਮਾਲਕ ਦਾ। ਜਿਵੇਂ ਹੁਣ ਜੇ ਸਾਡੇ ਅੰਦਰ ਮਾਲਕ ਦਾ ਭੈ ਹੋਏਗਾ, ਵੀ ਪਰਮਾਤਮਾ ਸਾਨੂੰ ਦੇਖ ਰਹੇ ਹੈ, ਫਿਰ ਅਸੀਂ ਔਗਣਾਂ ਦੀਆਂ ਗੰਢਾਂ ਨਹੀਂ ਬੰਨਾਂਗੇ, ਫਿਰ ਅਸੀਂ ਔਗਣਾਂ ਦੀ ਸਾਂਝ ਨਹੀਂ ਪਾਵਾਂਗੇ, ਫਿਰ ਆਪਾਂ ਕਿਸੇ ਦੀ ਨਿੰਦਾ ਨਹੀਂ ਕਰਾਂਗੇ। ਵੀ ਸਾਡੇ ਅੰਦਰ ਭੈ ਹੈ ਵੀ ਜੋ ਅਸੀਂ ਨਿੰਦਾ ਕਰ ਰਹੇ ਹਾਂ ਪਰਮਾਤਮਾ ਸੁਣ ਰਹੇ। ਜਦੋਂ ਸਾਡੇ ਅੰਦਰ ਹੀ ਭੈ ਹੋਏਗਾ ਵੀ ਮਾਲਕ ਸਾਨੂੰ ਸੁਣ ਰਹੇ ਹੈ, ਮਾਲਕ ਸਾਨੂੰ ਦੇਖ ਰਹੇ ਹੈ, ਫਿਰ ਉਹਦੇ ਗੁਣ ਸਾਡੇ ਹਿਰਦੇ 'ਚ ਟਿਕਣਗੇ। ਜੇ ਸਾਨੂੰ ਇਹ ਭੈ ਹੀ ਨਹੀਂ ਵੀ ਸਾਨੂੰ ਕਿਹੜਾ ਕੋਈ ਦੇਖਦਾ, ਨਿੰਦਾ ਅਸੀਂ ਕਰੀ ਜਾਈਏ, ਜਿਹਦੀ ਕਰ ਰਹੇ ਹਾਂ, ਜਿਹਦੇ ਔਗਣ ਫਰੋਲ ਰਹੇ ਹਾਂ, ਵੀ ਸਾਨੂੰ ਕਿਹੜਾ ਉਹ ਸੁਣਦਾ ਹੈ, ਸਾਨੂੰ ਕਿਹੜਾ ਉਹ ਦੇਖਦਾ ਹੈ, ਕਰੀ ਚੱਲੋ। ਉਹ ਸਾਨੂੰ ਨਹੀਂ ਦੇਖਦਾ ਬੇਸ਼ੱਕ ਜਿਹਦੀ ਅਸੀਂ ਨਿੰਦਿਆ ਕਰਦੇ ਹਾਂ, ਪਰ ਪਰਮਾਤਮਾ ਤਾਂ ਸਾਨੂੰ ਦੇਖ ਰਿਹਾ। ਉਹਦਾ ਜੋ ਅਸੀਂ ਬੋਲਦੇ ਹਾਂ ਉਹ ਸੁਣ ਰਿਹਾ ਸਾਡੀ। ਇਸ ਵਾਸਤੇ ਫਿਰ ਜਿਹੜੇ ਪਰਮਾਤਮਾ ਦੇ ਗੁਣ ਜਿਹਦੇ ਅੰਦਰ ਇਹ ਭੈ ਨਹੀਂ, ਉਹਦੇ ਵਿੱਚ ਕਦੇ ਟਿਕ ਹੀ ਨਹੀਂ ਸਕਦੇ, ਉਹਦੇ ਅੰਦਰ ਰਹਿ ਹੀ ਨਹੀਂ ਸਕਦੇ ਇਹ ਗੁਣ। ਪਰਮਾਤਮਾ ਦੇ ਗੁਣ ਤਾਂ ਰਹਿੰਦੇ, ਸਤਿਗੁਰੂ ਕਹਿੰਦੇ, ਜੇ ਸਾਡੇ ਅੰਦਰ ਮਾਲਕ ਦਾ ਭੈ ਹੋਏਗਾ। ਜੇ ਉਹਦਾ ਭੈ ਹੋਏਗਾ ਉਹਦੇ ਗੁਣ ਸਾਡੇ 'ਚ ਰੁਕਣਗੇ। ਜੇ ਮਾਲਕ ਦਾ ਭੈ ਹੈ ਅਤੇ ਫਿਰ ਅਸੀਂ ਕਿਸੇ ਦੇ ਔਗਣ ਦੇਖਾਂਗੇ ਨਹੀਂ, ਵੀ ਔਗਣ ਦੇਖਣ ਵਾਲੇ ਅਸੀਂ ਕੌਣ? ਬਈ ਸਾਰੇ ਮਾਲਕ ਦੇ ਬੱਚੇ ਨੇ ਅਤੇ ਸਾਰੇ ਉਹਦੇ ਵਿੱਚ ਹੀ ਨੇ, ਅਤੇ ਮਾਲਕ ਸਭ ਨੂੰ ਹੀ ਦੇਖ ਰਹੇ। ਅਤੇ ਅਸੀਂ ਕੋਈ ਕਿਸੇ ਦੇ ਮਾਲਕ ਥੋੜ੍ਹੀ ਹਾਂ ਵੀ ਜਿਹੜਾ ਅਸੀਂ ਕਿਸੇ ਦੇ ਔਗਣ ਦੇਖ ਕੇ ਉਹਦੇ ਔਗਣ ਫਰੋਲ ਕੇ
ਗਾਉਂ ਦਾ ਅਸੀਂ ਫੈਸਲਾ ਕਰੀਏ, ਕਿਉਂਕਿ ਇਹ ਅਖਤਿਆਰ ਆਪ ਉਹਨਾਂ ਨੂੰ ਨਹੀਂ ਦਿੱਤਾ ਹੋਇਆ, ਇਹ ਤਾਂ ਮਾਲਕ ਹੀ ਜਾਣਦਾ, ਪਰਮਾਤਮਾ। ਬਈ ਜੋ ਵੀ ਜੀਵ ਕਰਦਾ ਹੈ ਉਹਦੇ ਵਿੱਚ ਹੀ ਕਰਦਾ, ਕੋਈ ਉਹ ਤੋਂ ਬਾਹਰ ਨਹੀਂ ਹੈ। ਇਹ ਨਹੀਂ ਬਈ ਉਹ ਕਿਸੇ ਨੂੰ ਦੇਖਦਾ ਨਹੀਂ, ਉਹ ਸਭ ਨੂੰ ਦੇਖ ਰਿਹਾ, ਅੰਦਰੋਂ ਵੀ ਦੇਖਦਾ, ਬਾਹਰੋਂ ਵੀ ਦੇਖਦਾ। ਅਤੇ ਇਸ ਕਰਕੇ ਉਹਨੇ ਉਸ ਮੁਤਾਬਕ ਉਹਦਾ ਫੈਸਲਾ ਸੁਣਾ ਦੇਣਾ। ਅਤੇ ਆਪਾਂ ਨੂੰ ਤਾਂ ਉਹਦੇ 'ਚੋਂ ਕੁਝ ਨਹੀਂ ਮਿਲਣਾ। ਵੀ ਜੇ ਅਸੀਂ ਕਿਸੇ ਦੇ ਔਗਣ ਦੇਖ ਕੇ ਉਹਦੇ ਔਗਣ ਫਰੋਲਾਂਗੇ ਸਗੋਂ ਤਾਂ ਉਹ ਔਗਣਾਂ ਦੀ ਸਾਡੇ 'ਤੇ ਮੈਲ ਲੱਗ ਜਾਣੀ, ਉਹੀਓ ਔਗਣ ਸਾਡੇ ਵਿੱਚ ਆ ਜਾਣੇ, ਉਹੀਓ ਔਗਣਾਂ ਦੀ ਪੰਡ ਅਸੀਂ ਭਰ ਲੈਣੀ ਅਤੇ ਉਹ ਪੰਡ ਬੰਨ੍ਹ ਕੇ ਉਹੀਓ ਸਾਡੇ ਸਿਰ 'ਤੇ ਰੱਖੀ ਜਾਣੀ। ਇਸ ਵਾਸਤੇ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਜਦੋਂ ਇਹ ਆਪਾਂ ਜੀਵਨ ਦੀ ਜਾਂਚ ਸਿੱਖਦੇ ਫਿਰ ਆਪਾਂ ਨੂੰ ਭੇਤ ਆਉਂਦਾ ਵੀ ਅਸੀਂ ਔਗਣ ਨਹੀਂ, ਅਸੀਂ ਤਾਂ ਸਿਰਫ ਗੁਣਾਂ ਦੀ ਸਾਂਝ ਪਾਉਣੀ। ਬਈ ਔਗਣਾਂ ਨੂੰ ਤਾਂ ਅਸੀਂ ਛੱਡਣਾ। ਤਾਂਹੀਓ ਮਾਰੇ ਕਹਿੰਦੇ ਸਾਂਝ ਕੀਜੇ ਗੁਣਾ ਕੇਰੀ, ਛੋੜ ਔਗਣ ਚੱਲੀਏ। ਵੀ ਔਗਣ ਨੂੰ ਤਾਂ ਛੱਡੀ ਜਾਣਾ, ਗੁਣਾਂ ਦੀ ਸਾਂਝ ਪਾਉਣੀ। ਜਦੋਂ ਗੁਣਾਂ ਦੀ ਸਾਂਝ ਪਾਵਾਂਗੇ ਮਾਲਕ ਦੇ ਗੁਣ ਨੇ, ਅਤੇ ਉਹ ਗੁਣ ਸਾਡੇ ਹਿਰਦੇ 'ਚ ਰੁਕਣੇ ਸ਼ੁਰੂ ਹੋ ਜਾਣੇ, ਸਾਡੇ ਅੰਦਰ ਆਉਣੇ ਸ਼ੁਰੂ ਹੋ ਜਾਣੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਜਿਉਂ-ਜਿਉਂ ਅਸੀਂ ਪਰਮਾਤਮਾ ਦਾ ਸੇਵਨ ਕਰਾਂਗੇ, ਜਿਉਂ-ਜਿਉਂ ਅਸੀਂ ਗੁਰੂ ਦੀ ਮੱਤ ਲਵਾਂਗੇ, ਅਤੇ ਉਹਦੇ ਫਿਰ ਸਾਡੇ ਮਨ ਦੇ ਵਿੱਚ ਹੀ ਬਦਲਾਓ ਆਉਂਦਾ। ਬਦਲਾਓ ਕੀ ਆਉਂਦਾ ਹੈ? ਬਈ ਪਹਿਲਾਂ ਅਸੀਂ ਗਾਹਕ ਹੁੰਦੇ ਹਾਂ ਔਗਣਾਂ ਦੇ, ਉਹ ਇਕੱਠੇ ਕੀਤੀ ਜਾਂਦੇ ਹਾਂ। ਜਦੋਂ ਅਸੀਂ ਗੁਰੂ ਦੀ ਮੱਤ ਲੈ ਲੈਂਦੇ ਹਾਂ ਫਿਰ ਅਸੀਂ ਗੁਣਾਂ ਦੇ ਗਾਹਕ ਬਣ ਜਾਂਦੇ, ਫਿਰ ਆਪਾਂ ਗੁਣ ਲੈਣੇ ਸ਼ੁਰੂ ਕਰ ਲੈਂਦੇ ਹਾਂ। ਅਤੇ ਜਿਹੜੀ ਚੀਜ਼ ਅਸੀਂ ਲਵਾਂਗੇ ਉਹ ਸਾਡੇ ਕੋਲ ਆ ਜਾਣੀ, ਅਤੇ ਉਹ ਜਿਹੜੀ ਚੀਜ਼ ਸਾਡੇ ਕੋਲ ਆ ਗਈ ਉਹ ਸਾਡੇ ਹਿਰਦੇ 'ਚ ਵੱਸ ਜਾਣੀ, ਉਹ ਸਾਡੇ ਅੰਦਰ ਆ ਜਾਣੀ। ਕਿਉਂਕਿ ਆਪਣਾ ਮਨ ਹੈ ਜਿਹੜਾ ਇਹ ਆਰਸੀ ਹੈ, ਸ਼ੀਸ਼ਾ। ਜੋ ਅਸੀਂ ਦੂਸਰੇ ਵਿੱਚ ਦੇਖਾਂਗੇ ਉਹ ਸਾਡੇ ਵਿੱਚ ਆ ਜਾਣਾ ਹੈ ਅੰਦਰ। ਜੇ ਆਪਾਂ ਕਿਸੇ ਦੇ ਔਗਣ ਦੇਖਾਂਗੇ ਉਹ ਔਗਣ ਆਪਣੇ 'ਚ ਆ ਜਾਣਗੇ, ਜੇ ਆਪਾਂ ਕਿਸੇ 'ਚ ਗੁਣ ਦੇਖਾਂਗੇ ਅਤੇ ਉਹ ਗੁਣ ਆਪਣੇ ਵਿੱਚ ਆ ਜਾਣਗੇ। ਇਹ ਹੁਣ ਆਪਣਾ ਦੇਖਣ ਦਾ ਨਜ਼ਰੀਆ ਬਈ ਅਸੀਂ ਕਿਵੇਂ ਦੇਖਦੇ। ਜੇ ਤਾਂ ਅਸੀਂ ਗੁਰੂ ਦੀ ਮੱਤ ਦੁਆਰਾ ਦੇਖਾਂਗੇ ਫਿਰ ਤਾਂ ਅਸੀਂ ਗੁਣ ਹੀ ਦੇਖਾਂਗੇ, ਕਿਉਂਕਿ ਆਪਾਂ ਨੂੰ ਤਾਂ ਮਹਾਰਾਜ ਕਹਿੰਦੇ ਵੀ ਗੁਣ ਹੀ ਦੇਖਣੇ। ਜੇ ਅਸੀਂ ਆਪਦੀ ਮੱਤ ਦੁਆਰਾ ਚੱਲਾਂਗੇ ਫਿਰ ਅਸੀਂ ਔਗਣ ਦੇਖਾਂਗੇ, ਅਤੇ ਜਦੋਂ ਔਗਣ ਦੇਖਾਂਗੇ ਉਹ ਸਾਡੇ ਅੰਦਰ ਆਈ ਜਾਣੇ। ਇਸ ਲਈ ਮਹਾਰਾਜ ਫਿਰ ਤਾਈਆਂ ਸਮਝਾਉਂਦੇ ਵੀ ਲੋਕ ਸੰਸਾਰ 'ਚ ਆਪਦੀ ਮੱਤ ਦੁਆਰਾ ਚੱਲਦੇ ਹੋਏ ਉਹ ਫਿਰ ਇਹ ਔਗਣ ਦੇਖਣ ਦੇ ਆਦੀ ਹੋ ਗਏ। ਤਾਈਆਂ ਮਹਾਰਾਜ ਕਹਿੰਦੇ ਲੋਕ ਔਗਣਾ ਕੀ ਬੰਨੇ ਗਠੜੀ, ਵੀ ਔਗਣਾਂ ਦੀ ਗੰਢ ਬੰਨ੍ਹਦੇ, ਔਗਣਾਂ ਦੀ ਗਠੜੀ ਬੰਨ੍ਹ ਲੈਂਦੀ। ਗੁਣ ਨਾ ਵਿਹਾਜੇ ਕੋਈ, ਵੀ ਗੁਣਾਂ ਦਾ ਸੌਦਾ ਕਰਦੇ ਹੀ ਨਹੀਂ, ਗੁਣ ਦੇਖਦੇ ਹੀ ਨਹੀਂ, ਗੁਣ ਗਾਉਂਦੇ ਹੀ ਨਹੀਂ, ਸਿਰਫ ਉਹ ਔਗਣਾਂ ਦੀ ਸਾਂਝ ਪਾਈ ਜਾਂਦੀ। ਅਤੇ ਇਸ ਲਈ ਮਹਾਰਾਜ ਕਹਿੰਦੇ ਵੀ ਇਹਦਾ ਗਾਹਕ ਫਿਰ ਵਿਰਲੇ। ਤਾਈਓ ਕਹਿੰਦੇ ਗੁਣ ਕਾ ਗਾਹਕ ਨਾਨਕ ਵਿਰਲਾ ਕੋਈ ਹੋਏ, ਵੀ ਉਹ ਵਿਰਲੇ ਵਿਰਲੇ ਨੇ ਗੁਣਾਂ ਦੇ ਗਾਹਕ, ਅਤੇ ਔਗਣਾਂ ਦੇ ਜ਼ਿਆਦਾ ਗਾਹਕ ਨੇ। ਅਤੇ ਆਪਾਂ ਹੁਣ ਗਾਹਕ ਬਣਨਾ ਗੁਣਾਂ ਦੇ, ਆਪਾਂ ਹੁਣ ਗੁਣ ਆਪਣੇ ਵਿੱਚ ਲੈ ਕੇ ਆਉਣੇ ਪਰਮਾਤਮਾ ਵਾਲੇ। ਅਤੇ ਉਹ ਜਿਉਂ-ਜਿਉਂ ਹੁਣ ਆਪਾਂ ਇਹ ਸਿਮਰਨ ਅਭਿਆਸ ਕਰਾਂਗੇ, ਜਿਹੜੀ ਔਗਣਾਂ ਦੀ ਮੈਲ ਸਾਡੇ ਮਨ 'ਤੇ ਲੱਗ ਚੁੱਕੀ ਹੈ ਇਹ ਮੈਲ ਲੈਂਦੀ ਜਾਏਗੀ, ਅਤੇ ਜਿਹੜੇ ਗੁਣ ਨੇ ਉਹ ਗੁਣ ਸਾਡੇ ਵਿੱਚ ਆਉਂਦੇ ਜਾਣਗੇ। ਤਾਈਓ ਮਹਾਰਾਜ ਸਾਨੂੰ ਸਮਝਾਉਂਦੇ ਰਸਨਾ ਗੁਣ ਗਾਵੇ ਹਰ, ਤੇਰੇ ਮਿਟੇ ਕਮਾਤੇ ਔਗਣ ਮੇਰੇ। ਵੀ ਜਿਉਂ-ਜਿਉਂ ਅਸੀਂ ਰਸਨਾ ਦੁਆਰਾ ਮਾਲਕ ਦੇ ਗੁਣ ਗਾਵਾਂਗੇ ਅਤੇ ਉਹਦੇ ਸਾਡੇ ਮਨ 'ਤੇ ਔਗਣਾਂ ਦੀ ਮੈਲ ਲੱਗੀ ਹੋਈ ਇਹ ਮੈਲ ਉਤਰ ਜੇਗੀ, ਅਤੇ ਸਾਡੇ ਵਿੱਚ ਉਹ ਗੁਣ ਆਉਣੇ ਸ਼ੁਰੂ ਹੋ ਜਾਣਗੇ ਮਾਲਕ ਵਾਲੇ। ਤਾਈਓ ਮਹਾਰਾਜ ਕਹਿੰਦੇ ਸਾਨੂੰ ਬਈ
ਗੁਰ ਸਿੱਖੋ ਪਰਮਾਤਮਾ ਦਾ ਸਿਮਰਨ ਕਰੋ, ਬੋਲੋ। ਜਦੋਂ ਅਸੀਂ ਬੋਲਾਂਗੇ ਤੇ ਮਨ ਤੋਂ ਮੈਲ ਉਤਰੇਗੀ। ਕੀ ਬੋਲੀਏ? ਮਹਾਰਾਜ ਕਹਿੰਦੇ ਗੁਰ ਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲੈ ਜਾਏ। ਬਈ ਪਰਮਾਤਮਾ ਦਾ ਸਿਮਰਨ ਕਰੋ। ਹਰ ਕਹਿੰਦੇ ਵਾਹਿਗੁਰੂ ਨੂੰ, ਜੋ ਆਪਾਂ ਹੀ ਵਾਹਿਗੁਰੂ ਬੋਲਦੇ ਹਾਂ, ਕਹਿੰਦੇ ਬੋਲੋ। ਜਿਉਂ ਬੋਲਾਂਗੇ ਕਿਤੇ ਮਨ ਤੋਂ ਜਿਹੜੀ ਮੈਲ ਲੱਗੀ ਉਹ ਮੈਲ ਲੈਂਦੀ ਜਾਏਗੀ। ਆਓ ਹੁਣ ਕਿਵੇਂ ਸਾਡੇ ਮਨ ਦੀ ਮੈਲ ਲੈਣੀ, ਉਹਦੇ ਵਾਸਤੇ ਜੋ ਮਹਾਰਾਜ ਕਹਿੰਦੇ ਵੀ ਬੋਲੋ, ਸਿਮਰਨ ਕਰੋ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਹ ਸਿਮਰਨ ਕਰਦੇ, ਜਿਹੜਾ ਸਾਡੇ ਮਨ 'ਤੇ ਇਹ ਭਾਰ ਲੱਦਿਆ ਹੋਇਆ ਵਿਚਾਰਾਂ ਦਾ, ਫੁਰਨਿਆਂ ਦਾ, ਇਹ ਮੈਲ, ਇਹ ਔਗਣਾਂ ਦੀ ਗੰਢ, ਇਹ ਸਾਡੇ ਮਨ ਤੋਂ ਭਾਰ ਲੈਂਦਾ। ਜੇ ਅਸੀਂ ਸਿਮਰਨ ਕਰਾਂਗੇ, ਸਾਡੇ ਮਨ ਨੇ ਹਲਕਾ ਹੁੰਦਾ ਜਾਣਾ, ਸਾਡੇ ਮਨ ਨੇ ਸ਼ੁੱਧ ਹੁੰਦਾ ਜਾਣਾ, ਨਿਰਮਲ ਹੁੰਦਾ ਜਾਣਾ। ਜਿੰਨਾ ਅਸੀਂ ਸਿਮਰਨ ਕਰਾਂਗੇ, ਓਨਾ ਹੀ ਸਾਡਾ ਮਨ ਜ਼ਿਆਦਾ ਸ਼ੁੱਧ, ਜ਼ਿਆਦਾ ਨਿਰਮਲ ਹੋਏਗਾ। ਇਸ ਵਾਸਤੇ ਹੁਣ ਆਪਾਂ ਕੋਸ਼ਿਸ਼ ਕਰਨੀ ਵੀ ਇਹ ਸਿਮਰਨ ਕਰਦੇ ਰਹਿਣਾ। ਅਤੇ ਜਦੋਂ ਆਪਾਂ ਇਕੱਠੇ ਹੁੰਦੇ ਹਾਂ, ਕਿਤੇ ਵੀ 2-4 ਜੀਵ ਮਿਲਦੇ ਨੇ ਆਪਾਂ ਨੂੰ, ਅਤੇ ਉੱਥੇ ਆਪਾਂ ਸਾਂਝ ਗੁਣਾਂ ਦੀ ਪਾਉਣੀ ਹੈ, ਔਗਣਾਂ ਦੀ ਨਹੀਂ ਪਾਉਣੀ। ਜੇ ਆਪਾਂ ਕਿਸੇ ਦੇ ਔਗਣ ਫਰੋਲਣ ਲੱਗ ਗਏ, ਕਿਸੇ ਦੀ ਨਿੰਦਿਆ ਕਰਨ ਲੱਗ ਗਏ ਜਾਂ ਸੁਣਨ ਲੱਗ ਗਏ, ਕਿਸੇ ਨਾਲ ਵੈਰ ਵਿਰੋਧ ਦੀ, ਈਰਖਾ ਨਫ਼ਰਤ ਦੀ ਗੱਲ ਸੁਣਨੀ ਸ਼ੁਰੂ ਕਰ ਦਿੱਤੀ, ਜਾਂ ਆਪਾਂ ਆਪ ਕੀਤੀ ਜਾਂ ਸੁਣੀ, ਉਹ ਕੀ ਹੋਇਆ? ਉਹ ਆਪਾਂ ਸਮਝ ਲੈਣਾ ਵੀ ਅਸੀਂ ਔਗਣਾਂ ਦੀ ਜਿਹੜੀ ਉਹ ਭਾਰ ਚੱਕ ਲਿਆ ਸੀ ਆਪਦੇ ਉੱਤੇ, ਉਹ ਪੰਡ ਬੰਨ੍ਹ ਲਈ ਅਸੀਂ। ਅਤੇ ਜਦੋਂ ਪੰਡ ਬੰਨ੍ਹ ਲਈ, ਸਾਨੂੰ ਤੁਰਨਾ ਓਨਾ ਹੀ ਔਖਾ। ਹੁਣ ਜਿੰਨਾ ਭਾਰ ਸਿਰ 'ਤੇ ਲੱਦਿਆ ਹੋਏਗਾ, ਓਨਾ ਹੀ ਔਖਾ ਤੁਰਨਾ, ਓਨਾ ਹੀ ਸਾਡਾ ਮਨ ਦੁੱਖ ਮਹਿਸੂਸ ਕਰੇਗਾ, ਓਨਾ ਹੀ ਇਹ ਸ਼ਾਂਤ ਹੋਏਗਾ। ਫਿਰ
ਇਸ ਕਰਕੇ ਫਿਰ ਆਪਾਂ ਨੂੰ ਸਤਿਗੁਰੂ ਕਹਿੰਦੇ ਵੀ ਆਪਾਂ ਇਹ ਔਗਣਾਂ ਦੀ ਗੰਢ ਨਹੀਂ ਬੰਨ੍ਹਣੀ, ਔਗਣਾਂ ਦੀ ਗਠੜੀ ਨਹੀਂ ਬੰਨ੍ਹਣੀ, ਇਹ ਆਪਾਂ ਸਾਂਝ ਗੁਣਾਂ ਦੀ ਪਾਉਣੀ, ਔਗਣਾਂ ਨੂੰ ਛੱਡੀ ਜਾਣਾ। ਇਸ ਲਈ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ। ਅਤੇ ਜਦੋਂ ਆਪਾਂ ਇਕੱਠੇ ਹੁੰਦੇ, ਜਿੰਨੀ ਵੀ ਆਪਾਂ ਨੂੰ ਸਮਝ ਲੱਗਦੀ ਗੁਰਬਾਣੀ ਗੁਰੂ ਦੀ, ਉਨੀ ਆਪਾਂ ਵਿਚਾਰ ਕਰਨੀ ਹੁੰਦੀ ਵੀ ਗੁਰੂ ਸਾਹਿਬ ਸਾਨੂੰ ਆਹ ਸਮਝਾਉਂਦੇ। ਜੇ ਕੋਈ ਆਪਣੇ ਕੋਲ ਕਿਸੇ ਦੀ ਨਿੰਦਾ ਕਰਦਾ ਵੀ ਸਕਦਾ ਤੇ ਆਪਾਂ ਨੂੰ ਰੋਕਣਾ ਹੁੰਦਾ ਵੀ ਗੁਰੂ ਸਾਹਿਬ ਕਹਿੰਦੇ ਨਿੰਦਾ ਕਿਸੇ ਦੀ ਭਲੀ ਨਹੀਂ ਹੈ, ਜਿਹੜਾ ਕਰਦਾ ਉਹਦਾ ਮੂੰਹ ਕਾਲਾ ਹੁੰਦਾ। ਅਤੇ ਜੇ ਤਾਂ ਉਹ ਥੋੜ੍ਹਾ ਮੋਟਾ ਸਮਝਦਾਰ ਹੋਏਗਾ ਰੁਕ ਜਾਏਗਾ, ਅਤੇ ਨਹੀਂ ਤਾਂ ਫਿਰ ਆਪਾਂ ਕਹਿਣਾ ਵੀ ਤੁਸੀਂ ਆਪਦਾ ਮੂੰਹ ਕਾਲਾ ਕਰਾਉਣਾ ਤੇ ਕਰਾ ਲਓ, ਵੀ ਅਸੀਂ ਤਾਂ ਕਰਾਉਣਾ ਨਹੀਂ, ਅਸੀਂ ਨਹੀਂ ਚਾਹੁੰਦੇ ਵੀ ਸਾਡੇ ਉੱਤੇ ਭਾਰ ਲੱਦਿਆ ਜਾਵੇ, ਅਸੀਂ ਨਹੀਂ ਚਾਹੁੰਦੇ ਸਜ਼ਾ ਲੈਣੀ। ਇਸ ਵਾਸਤੇ ਗਿਆਨ ਆ, ਫਿਰ ਇਹ ਗਿਆਨ ਦੀ ਮੱਤ ਦੁਆਰਾ ਅਸੀਂ ਮਨ ਨੂੰ ਰੋਕਣਾ। ਅਤੇ ਇਸ ਲਈ ਆਪਾਂ ਹੁਣ ਕੋਸ਼ਿਸ਼ ਕਰਨੀ ਵੀ ਜਦੋਂ ਇਕੱਠੇ ਹੁੰਦੇ ਗੁਰਬਾਣੀ ਗੁਰੂ ਦੀ ਵਿਚਾਰ ਕਰਨੀ ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਬਈ ਜੋ ਸਾਨੂੰ ਸੋ ਇਹਦੀਆਂ ਬੇਨਤੀਆਂ ਇੰਨੇ ਵਿਚਾਰ ਕਰਦਿਆਂ ਹੋਏ